ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿੱਦਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਹਨਾਂ ਸ਼ੋਜ਼ ਦੇ ਦੌਰਾਨ ਤੁਹਾਨੂੰ ਹਰ ਇੱਕ ਜਿਹੜੀ ਹੈਗੀ ਇਨਫੋਰਮੇਸ਼ਨ, ਅਗਰ ਆਪਾਂ ਅਲਬਰਟਾ ਦੇ ਵਿੱਚ ਬੈਠੇ ਹਾਂ, ਸਾਡੇ ਕੋਈ ਨਾ ਕੋਈ ਇੱਥੇ ਐਕਸਪਰਟ ਇਸ ਪ੍ਰੋਗਰਾਮ ਦੇ ਰਾਹੀਂ ਆ ਕੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਅੱਜ ਦੇ ਦਿਨ ਸਾਡੇ ਨਾਲ ਜੁੜੇ ਹੋਏ ਨੇ ਮਿਸਟਰ ਜਸਵੀਰ ਸਿੰਘ ਭੂਈ ਜੀ, ਜਿਹੜੇ ਕਿ BSc ਫਾਰਮਾ ਨੇ, ਫਾਰਮਾਸਿਸਟ ਆਨਰ ਨੇ, ਖਾਸ ਕਰਕੇ ਐਡਮਿੰਟਨ ਦੇ ਸਾਡੇ ਸਾਰੇ ਦਰਸ਼ਕ ਇਹਨਾਂ ਨੂੰ ਜਾਣਦੇ ਹੋਣਗੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਸਰ। ਸਤਿ ਸ਼੍ਰੀ ਅਕਾਲ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤਾਂ ਦੋਸਤੋ, ਅੱਜ ਆਪਾਂ ਗੱਲਬਾਤ ਕਰਾਂਗੇ। ਮੈਂ ਪਿਛਲੇ ਐਪੀਸੋਡ ਦੀ ਗੱਲਬਾਤ ਦੱਸ ਦੇਣਾ ਚਾਹੁੰਦਾ ਕਿ ਜਿਵੇਂ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਜਸਵੀਰ ਜੀ ਨਾਲ ਗੱਲ ਕੀਤੀ ਸੀ ਕੋਵਿਡ ਨੂੰ ਲੈ ਕੇ, ਕਿੱਦਾਂ ਅਸੀਂ ਪ੍ਰੀਕਾਸ਼ਨਸ ਵਰਤਦੇ ਹਾਂ। ਅਗਰ ਮਾਸਕ ਦੀ ਗੱਲ ਕਰ ਲਈਏ, ਸੈਨੀਟਾਈਜ਼ਰਸ ਦੀ ਗੱਲ ਕਰ ਲਈਏ, ਅਸੀਂ ਕਿਸ ਤਰ੍ਹਾਂ ਅਸੀਂ ਬਚਾ ਸਕਦੇ ਹਾਂ, ਘੱਟੋ ਘੱਟ ਵੀ ਇਸ ਤੋਂ ਕਿੰਨਾ ਕੁ ਬਚਾਅ ਰੱਖਿਆ ਜਾ ਸਕਦਾ ਹੈ, ਉਹ ਅਸੀਂ ਬੇਸਿਕ ਗੱਲਾਂ ਕੀਤੀਆਂ ਸੀਗੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ, ਕਿਉਂਕਿ ਸਰ ਦੇ ਸ਼ੋਜ਼ ਨੂੰ ਦੇਖ ਕੇ ਸਾਡੇ ਕੋਲ ਕਾਫੀ ਸਵਾਲ ਆਏ ਨੇ, ਤੇ ਮੈਂ ਚਾਹਾਂਗਾ ਤੁਹਾਨੂੰ, ਅਗਰ ਕੋਈ, ਜਿਵੇਂ ਤੁਸੀਂ ਅਲਬਰਟਾ ਦੇ ਵਿੱਚ ਹੈਗੇ ਹੋ, ਤੁਸੀਂ ਕੈਲਗਰੀ ਦੇ ਵਿੱਚ ਬੈਠੇ ਹੋ, ਤੁਸੀਂ ਐਡਮਿੰਟਨ ਦੇ ਵਿੱਚ ਬੈਠੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਦਵਾਈਆਂ ਨੂੰ ਲੈ ਕੇ, ਕਿਉਂਕਿ ਸਾਡੇ ਵਿੱਚ ਕਈ ਦਫਾ ਅਸੀਂ ਸਵਾਲ ਕਰਦੇ ਹਾਂ ਵੀ ਆਹ ਦਵਾਈ ਕਿੱਦਾਂ ਹੈ, ਆਹ ਦਵਾਈ ਕਿੱਦਾਂ ਹੈ, ਆਹ ਦਵਾਈ ਕਿੱਦਾਂ ਲੈਣੀ ਚਾਹੀਦੀ ਹੈ। ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਸਾਨੂੰ ਇਸ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਨੂੰ ਭੇਜ ਸਕਦੇ ਹੋ। ਤਾਂ ਸ਼ੁਰੂਆਤ ਕਰਾਂਗਾ ਮੈਂ ਸਰ। ਸਭ ਤੋਂ ਪਹਿਲਾਂ ਤਾਂ ਮੈਂ ਅਗਰ ਗੱਲ ਕਰਾਂ ਵੀ ਮੈਂ ਆਪਦੇ ਘਰ ਦਾ ਹੀ ਸਵਾਲ ਪੁੱਛਦਾ, ਮੇਰੇ ਆਪਦੇ ਘਰ ਦੀ ਅਗਰ ਗੱਲ ਕਰਾਂ, ਜਿਵੇਂ ਕਈ ਦਫਾ ਹਰ ਇੱਕ ਬੰਦੇ ਨੂੰ ਹੁੰਦਾ ਵੀ ਐਂਟੀਬਾਇਓਟਿਕਸ ਨੂੰ ਲੈ ਕੇ ਗੱਲ ਹੁੰਦੀ ਹੈ ਵੀ ਐਂਟੀਬਾਇਓਟਿਕਸ ਨੇ ਜਿਹੜੀਆਂ ਉਹ ਸਾਡੇ ਹਰ ਇੱਕ ਦੁੱਖ ਦਰਦ ਨੂੰ ਦੂਰ ਕਰ ਦਿੰਦੀ ਹੈ। ਕੋਈ ਵੀ ਅਗਰ ਕਿਸੇ ਪਾਸੋਂ ਦੇਖਿਆ ਜਾਂਦਾ ਵੀ, ਅਗਰ ਮੈਂ ਆਪਣੇ ਬਜ਼ੁਰਗਾਂ ਦੀ, ਮੇਰੇ ਮਦਰ ਕਹਿ ਦਿੰਦੇ ਨੇ, ਕਦੀ ਕਿਸੇ ਨੂੰ ਪੇਨ ਹੁੰਦੀ ਹੈ, ਬੰਦਾ ਕਹਿੰਦਾ ਵੀ ਜੀ ਯਾਰ ਉਹ ਤੋਂ ਐਂਟੀਬਾਇਓਟਿਕ ਲੈ ਆਓ ਜਾ ਕੇ, ਤੇ ਆਪਾਂ ਬੜੀ ਜਲਦੀ ਠੀਕ ਹੋ ਜਾਵਾਂਗੇ। ਅੱਜ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ, ਐਂਟੀਬਾਇਓਟਿਕਸ ਦਾ ਜਿਹੜਾ ਹੈਗਾ ਇੱਕ ਅਸੀਂ ਸੇਵਨ ਕਰਨਾ, ਅਸੀਂ ਜਿਹੜਾ ਲੈਣਾ ਹੈਗਾ, ਕਿੰਨੇ ਹੱਦ ਤੱਕ ਸਹੀ ਹੁੰਦਾ? ਤੁਸੀਂ ਕੀ ਪ੍ਰੈਕਟੀਕਲੀ ਦੇਖਦੇ ਹੋ ਵੀ ਐਂਟੀਬਾਇਓਟਿਕਸ ਕਿਸ ਲੈਵਲ ਤੱਕ ਅਸਰ ਕਰਦੀਆਂ ਨੇ, ਕਿਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਜਾਂ ਨਹੀਂ ਕਰਨੀਆਂ ਚਾਹੀਦੀਆਂ? ਬਿਲਕੁਲ ਜੀ। ਸੋ ਜਿਹੜੀ ਆਪਣੀ ਐਂਟੀਬਾਇਓਟਿਕ ਹੈਗੀਆਂ ਬਹੁਤ ਫਾਇਦਾ ਦੇ ਰਹੀਆਂ। ਮਤਲਬ ਆਪਣੇ ਪਿਛਲੇ 100 ਈਅਰ ਦੇ ਵਿੱਚ ਜਿਹੜਾ ਐਂਟੀਬਾਇਓਟਿਕ ਪੈਨਿਸਿਲਿਨ ਜੋ ਪਹਿਲਾਂ ਡਿਵੈਲਪ ਕੀਤੀ ਗਈ, ਬੰਦੇ ਸਿੰਪਲ ਇਨਫੈਕਸ਼ਨ ਤੋਂ ਮਰ ਜਾਂਦੇ ਸੀਗੇ। ਸੋ ਹੁਣ ਜਦੋਂ ਦੀ ਪੈਨਿਸਿਲਿਨ ਹੋਈਆਂ, ਉਹ ਤੋਂ ਕਈ ਗੁਣਾ ਬੈਟਰ ਆਪਣੇ ਕੋਲ ਐਂਟੀਬਾਇਓਟਿਕਸ ਆ ਰਹੀਆਂ। ਤੇ ਐਂਟੀਬਾਇਓਟਿਕਸ ਇੱਕ ਤਰ੍ਹਾਂ ਦੀਆਂ ਲਾਈਫ ਸੇਵਿੰਗ ਮੈਡੀਕੇਸ਼ਨਸ ਆ, ਤੇ ਸੇਵ ਕਰਦੀਆਂ ਲਾਈਵਸ। ਪ੍ਰੋਬਲਮ ਇਹ ਹੈਗੀ ਆ ਵੀ ਆਪਾਂ ਜਦੋਂ ਐਂਟੀਬਾਇਓਟਿਕਸ ਯੂਜ਼ ਕਰਦੇ ਆ, ਐਂਟੀਬਾਇਓਟਿਕ ਰੈਜ਼ਿਸਟੈਂਸ ਕਹਿੰਦੇ ਆ। ਸੋ ਐਂਟੀਬਾਇਓਟਿਕ ਜਦੋਂ ਆਪਾਂ ਯੂਜ਼ ਕਰਦੇ, ਜਿਹੜੀ ਬੈਕਟੀਰੀਆ ਉਹ ਤੋਂ ਰੈਜ਼ਿਸਟੈਂਸ ਹੋ ਜਾਂਦੀ, ਉਹਨਾਂ ਤੇ ਕੰਮ ਕਰਨ ਨੂੰ ਹਟ ਜਾਂਦੀ ਆ। ਰਾਈਟ। ਸੋ ਓਵਰ ਦਾ ਈਅਰਸ ਆਪਾਂ ਦੇਖਿਆ ਵੀ ਜਿਹੜੀ ਪੈਨਿਸਿਲਿਨ ਪਹਿਲੋਂ ਬੈਕਟੀਰੀਆ ਮਾਰਦੀ ਸੀ, ਅੱਜ ਕੱਲ੍ਹ ਉਹ ਬੈਕਟੀਰੀਆ ਤੇ ਕੇਅਰ ਨਹੀਂ ਕੰਮ ਕਰਦੀ, ਕਰਕੇ ਉਹ ਰੈਜ਼ਿਸਟੈਂਸ ਹੋ ਗਈ ਬੈਕਟੀਰੀਆ। ਜੀ। ਤਾਂ ਹੁਣ ਆਪਾਂ ਜਦੋਂ ਐਂਟੀਬਾਇਓਟਿਕ ਰੈਜ਼ਿਸਟੈਂਸ ਦੀ ਗੱਲ ਕਰਦੇ, ਆਪਣਾ ਓਵਰ ਯੂਜ਼ ਆਫ ਐਂਟੀਬਾਇਓਟਿਕਸ ਆ ਜਾਂਦੀ ਆ। ਓਵਰ ਯੂਜ਼ ਆਫ ਐਂਟੀਬਾਇਓਟਿਕਸ ਦੇ ਵਿੱਚ ਇਹ ਹੁੰਦਾ ਹੈ, ਜਿੱਦਾਂ ਤੁਸੀਂ ਗੱਲ ਕਰਦੇ ਵੀ ਕਿਸੇ ਨੂੰ ਮਾੜਾ ਜਿਹਾ ਗਲਾ ਦੁਖਦਾ ਵੀ ਮੈਨੂੰ ਐਂਟੀਬਾਇਓਟਿਕ ਦੇ ਦਿਓ ਜੀ। ਸੋ ਸਮਟਾਈਮਸ ਬੈਕਟੀਰੀਆ ਹੁੰਦੀ ਹੈ ਤਾਂ ਐਂਟੀਬਾਇਓਟਿਕ ਲੋਡ ਹੈਗੀ ਆ, ਬਟ ਲੋਟ ਆਫ ਟਾਈਮ ਵਾਇਰਲ ਹੁੰਦੀ ਆ, ਤਾਂ ਵਾਇਰਸ ਤੇ ਐਂਟੀਬਾਇਓਟਿਕ ਨੇ ਕੰਮ ਨਹੀਂ ਕਰਨਾ। ਸੋ ਆਪਾਂ ਲੈ ਲਈ ਦੀ ਆ, ਪਰ ਆਪਾਂ ਨੂੰ ਉਹ ਕੰਮ ਨਹੀਂ ਕਰਦੀ। ਉਹ ਲੈਣ ਦੇ ਨਾਲ ਫਿਰ ਐਕਚੁਅਲੀ ਕੀ ਗੱਲ ਬਣ ਜਾਂਦੀ ਆ, ਜਿਹੜੀ ਕੋਈ ਬੈਕਟੀਰੀਆ ਆਪਣੀ ਬਾਡੀ ਦੇ ਵਿੱਚ ਹੈਗੀ, ਜਦੋਂ ਉਹਨਾਂ ਨੂੰ ਹੁੰਦੀ ਬੈਕਟੀਰੀਆ ਐਂਟੀਬਾਇਓਟਿਕ ਉਹਨਾਂ ਦੇ ਆਲੇ ਦੁਆਲੇ ਜਾਂਦੀ ਆ, ਉਹ ਰੈਜ਼ਿਸਟੈਂਸ ਹੋ ਜਾਂਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਜੀਣਾ ਕਿੱਦਾਂ ਆ ਇਹਦੇ ਵਿੱਚ। ਉਹ ਯੂਜ਼ ਟੂ ਹੋ ਜਾਂਦੇ ਨੇ, ਬਿਲਕੁਲ ਰਾਈਟ। ਸੋ ਜਦੋਂ ਯੂਜ਼ ਟੂ ਹੋ ਜਾਂਦੇ ਆ, ਉਹ ਜੀਣਾ ਸਿੱਖ ਲੈਂਦੇ ਆ, ਉਹਨਾਂ ਤੇ ਫਿਰ ਅਸਰ ਕਰਨਾ ਹਟ ਜਾਂਦੀ ਆ। ਫਿਰ ਜਦੋਂ ਆਪਾਂ ਨੂੰ ਲੋੜ ਹੁੰਦੀ ਉਸ ਬੈਕਟੀਰੀਆ ਮਾਰਨ ਨੂੰ, ਉਹਨੇ ਐਂਟੀਬਾਇਓਟਿਕ ਨੇ ਉੱਤੇ ਕੰਮ ਨਹੀਂ ਕਰਨਾ। ਰਾਈਟ। ਇਹ ਕਈ ਦਫਾ ਦੇਖਿਆ ਜਾਂਦਾ ਹੈ ਜਸਵੀਰ ਜੀ ਕਿ ਜਦੋਂ ਅਸੀਂ ਮੰਨ ਲਓ ਕਦੀ ਕੋਈ ਬਿਮਾਰ ਹੁੰਦਾ, ਅਸੀਂ ਕਿਸੇ ਡਾਕਟਰ ਕੋਲੇ ਜਾਂਦੇ ਹਾਂ, ਕਿਸੇ ਦਾ ਅਗਰ ਦੰਦ ਪੇਨ ਹੈ, ਕਿਸੇ ਨੂੰ ਸਿਰ ਦਰਦ ਹੈਗਾ, ਕਿਸੇ ਨੂੰ ਬੁਖਾਰ ਹੈ, ਉਹ ਕਹਿੰਦੇ ਨੇ ਵੀ ਤੁਹਾਨੂੰ ਜੀ ਚਲੋ ਐਂਟੀਬਾਇਓਟਿਕ ਦਾ ਕੋਰਸ ਕਰਨਾ ਪਏਗਾ। ਅਸੀਂ 4 ਜਾਂ 5 ਦਿਨ ਕੋਰਸ ਕਰ ਲੈਂਦੇ ਹਾਂ, ਜਿੰਨੇ ਵੀ ਦਿਨ ਦਾ ਕੋਰਸ ਹੁੰਦਾ ਉਹ ਕੋਰਸ ਕਰ ਲਿਆ। ਉਹੀ ਚੀਜ਼ ਅਗਰ ਸਾਨੂੰ 6 ਮਹੀਨੇ ਬਾਅਦ, 5 ਮਹੀਨੇ ਬਾਅਦ ਸਾਨੂੰ ਉਹ ਫਿਰ ਅਸੀਂ ਉਹੀ ਚੀਜ਼, ਜਾਂ ਸਾਨੂੰ ਬੁਖਾਰ ਹੁੰਦਾ ਜਾਂ ਸਾਨੂੰ ਦਰਦ ਹੁੰਦਾ, ਅਸੀਂ ਸੋਚਦੇ ਹਾਂ ਵੀ ਯਾਰ ਅਸੀਂ ਡਾਕਟਰ ਕੋਲੇ ਕਿਉਂ ਜਾਈਏ, ਉਦੋਂ ਤਾਂ ਉਹਨੇ ਸਾਨੂੰ ਐਂਟੀਬਾਇਓਟਿਕ ਦੇ ਦਿੱਤੀ ਸੀ, ਤੇ ਹੁਣ ਅਸੀਂ ਵੀ ਉਹਦੀ ਪਰਚੀ ਮੇਰੇ ਕੋਲੇ ਪਈ ਹੈ ਵੀ ਇੱਦਾਂ ਕਰ ਵੀ ਕਾਕਾ ਜਾਂ ਕੋਈ ਵੀ ਆ ਵੀ ਸੇਮ ਮੈਡੀਸਨ ਲੈ ਕੇ ਉਹ ਆ ਜਾਂਦੇ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਇਹ ਸਾਡੇ ਲਈ ਗਲਤ ਹੈ ਇਹ ਚੀਜ਼? ਵੀ ਜਿਹੜੀ ਮੈਂ 4 ਮਹੀਨੇ ਪਹਿਲਾਂ ਡਾਕਟਰ ਸਾਹਿਬ ਨੇ ਮੈਨੂੰ ਦਵਾਈ ਦਿੱਤੀ ਸੀ, ਉਹਦਾ ਮੈਨੂੰ 2 ਦਿਨਾਂ 'ਚ ਰਿਲੀਫ ਮਿਲ ਗਿਆ, ਤੇ ਮੈਂ ਉਸੇ ਦਵਾਈ ਨੂੰ ਅਗਰ ਮੈਂ ਦੁਬਾਰੇ ਲੈ ਲਾਂ, ਤੇ ਇਹ ਕੀ ਚੀਜ਼ ਕਰਨੀ ਹੈ? ਇੱਦਾਂ ਦੀ ਚੀਜ਼ਾਂ ਕਰਨੀਆਂ ਗਲਤ ਨੇ ਕਿ ਸਹੀ ਨੇ? ਬਿਲਕੁਲ ਗਲਤ ਆ। ਸੋ ਜੋ ਤੁਸੀਂ ਕਰ ਰਹੇ ਪ੍ਰੈਕਟੀਕਲੀ ਸਾਡੇ ਨਾਲ ਐਵਰੀਡੇ ਹੁੰਦੀ ਆ ਗੱਲ। ਸੋ ਇਹ ਐਗਜ਼ੈਕਟਲੀ ਹਾਂ ਜਿਹੜੀ ਗੱਲ ਆ ਇਹੀ ਹੁੰਦੀ ਆ। ਸੋ ਜਦੋਂ ਆਪਾਂ ਐਂਟੀਬਾਇਓਟਿਕ ਖਾਈਦੀ ਆ, ਜਦੋਂ ਬੰਦਾ ਖਾਂਦਾ ਆ, ਦੰਦ ਦੁਖਦਾ ਆ ਜਾਂ ਗਲਾ ਦੁਖਦਾ ਆ ਜਾਂ ਖੰਘ ਹੈਗੀ ਆ, ਐਂਟੀਬਾਇਓਟਿਕ ਜਦੋਂ ਆਪਾਂ ਖਾਂਦੇ ਆ, ਜੇ ਐਕਚੁਅਲੀ ਬੈਕਟੀਰੀਅਲ ਹੈਗੀ ਆ, ਤਾਂ 2-3 ਦਿਨਾਂ ਦੇ ਵਿੱਚ ਬੰਦਾ ਠੀਕ ਹੋ ਜਾਂਦਾ, 100% ਠੀਕ
ਠੀਕ ਹੋ ਜਾਂਦਾ ਰਾਈਟ ਤਾਂ ਫਿਰ ਬੰਦੇ ਕੀ ਕਰਦੇ, ਤੁਹਾਡੀ ਗੱਲ ਉਹੀ ਆ ਵੀ ਉਹ ਦਵਾਈ ਬੰਦ ਕਰ ਦਿੰਦੇ ਆ ਜੀ, ਤਾਂ ਫਿਰ ਰੱਖ ਲੈਂਦੇ ਆ ਸ਼ੈਲਫ ਤੇ। ਓਕੇ ਵੀ 5 ਦਿਨ ਦਾ ਕੋਰਸ ਹੈ ਤਾਂ 2 ਦਿਨ ਦੇ ਵਿੱਚ ਵੀ ਅਗਰ ਬੰਦ ਕਰਤੀ ਤਾਂ ਵੀ ਗਲਤ ਹੈ ਇਹ ਚੀਜ਼। ਇਹ ਵੀ ਗਲਤ ਹੈ। ਸੋ ਉਹਦੇ ਵਿੱਚ ਕੀ ਹੁੰਦਾ ਆ, ਜਦੋਂ ਆਪਾਂ ਖਾਂਦੇ ਆ ਐਂਟੀਬਾਇਓਟਿਕ, ਆਪਾਂ ਚਾਹੁੰਦੇ ਹੁੰਦੇ ਵੀ ਐਵਰੀ ਬੈਕਟੀਰੀਆ ਮਰ ਜਾਵੇ ਜੀ। ਸੋ ਜੇ ਆਪਾਂ 3 ਦਿਨ ਖਾਦੀ ਐਂਟੀਬਾਇਓਟਿਕ ਜੀ ਤਾਂ ਫੀਲ ਬੈਟਰ ਕਰਦੇ ਆ, ਇਹਦਾ ਮਤਲਬ ਨਹੀਂ ਕਿ ਸਾਰੀ ਇਨਫੈਕਸ਼ਨ ਠੀਕ ਹੋ ਗਈ, ਇਹਦਾ ਮਤਲਬ ਹੈਗਾ ਇਨਫੈਕਸ਼ਨ ਉਨੀ ਕੁ ਠੀਕ ਹੋ ਗਈ ਆ ਵੀ ਤੁਸੀਂ ਰਿਕਵਰ ਕਰ ਗਏ, ਪਰ ਉੱਥੇ ਹਜੇ ਬੈਕਟੀਰੀਆ ਹੈਗੀ ਆ, ਜਿਹੜੀ ਉਹ ਬੈਕਟੀਰੀਆ ਹੁਣ ਹੈਗੀ ਆ ਉਹ ਐਕਸਪੋਜ਼ਡ ਹੋ ਗਈ ਸੀ ਟੂ ਦੀ ਐਂਟੀਬਾਇਓਟਿਕ। ਰਾਈਟ। ਤਾਂ ਫਿਰ ਉਹੀ ਹੁਣ ਜਿੱਦਾਂ ਪਹਿਲਾਂ ਕਹਿੰਦੇ ਸੀ ਉਹ ਯੂਜ਼ ਟੂ ਹੋ ਜਾਣਾ, ਐਕਸਪੋਜ਼ ਹੋਣ ਤੋਂ ਬਾਅਦ ਜੇ ਆਲ ਦਾ ਟਾਈਮ ਐਕਸਪੋਜ਼ ਰਵੇ ਬੰਦਾ ਕੋਈ ਚੀਜ਼ ਤੋਂ, ਉਹਨੂੰ ਯੂਜ਼ ਟੂ ਹੋ ਜਾਣਾ, ਉਹਨੇ ਕੰਮ ਨਹੀਂ ਕਰਨਾ। ਰਾਈਟ। ਤਾਂ ਉਹਨੇ ਫਿਰ ਜਦੋਂ ਸਪਰੈਡ ਕਰਨਾ ਆਲੇ ਦੁਆਲੇ ਸਾਰੇ ਬੰਦਿਆਂ ਨੂੰ, ਉਹ ਐਂਟੀਬਾਇਓਟਿਕ ਰੈਜ਼ਿਸਟੈਂਸ ਹਾਈ ਪ੍ਰੋਬਲਮ ਹੈਗੀ ਆ। ਸੋ ਜਦੋਂ ਆਪਾਂ ਕੋਰਸ ਨਹੀਂ ਪੂਰਾ ਕਰਦੇ ਜਾਂ ਆਪਾਂ ਜਦੋਂ ਯੂਜ਼ ਕਰੀਦਾ ਜਦੋਂ ਆਪਣੀ ਲੋਡ ਨਾ ਹੋਵੇ, ਜਾਂ ਆਪਾਂ ਯੂਜ਼ ਕਰੀਦਾ ਹੁੰਦਾ ਗਲਤ ਐਂਟੀਬਾਇਓਟਿਕ ਔਨ ਗਲਤ ਬੈਕਟੀਰੀਆ। ਸੋ ਇਹ ਹਾਈ ਆਪਾਂ ਗੱਲ ਕਰਦੇ ਐਂਟੀਬਾਇਓਟਿਕ ਰੈਜ਼ਿਸਟੈਂਸ, ਅੰਡਰ ਯੂਜ਼, ਓਵਰ ਯੂਜ਼, ਇਨਕਰੈਕਟ ਯੂਜ਼, ਰਾਈਟ। ਇਹ ਚੀਜ਼ਾਂ ਦਾ ਮਤਲਬ ਕਿ ਸਾਨੂੰ ਜੇਕਰ ਸਾਨੂੰ ਡਾਕਟਰ ਨੇ ਕਿਹਾ ਹੈਗਾ ਵੀ ਅਗਰ ਉਹ 5 ਦਿਨ ਦਾ ਕੋਰਸ ਹੈ, 7 ਦਿਨ ਦਾ ਕੋਰਸ ਹੈ, ਤਾਂ ਸਾਨੂੰ ਉਹ ਕੰਪਲੀਟ ਕਰਨਾ ਚਾਹੀਦਾ। ਹੈਵ ਟੂ ਕਰਕੇ ਜੇ ਤੁਸੀਂ ਮਿਨੀਮਮ 5-7 ਦਿਨ ਦੀ ਹੁੰਦੀ ਆ, ਆਫਟਨ ਆਪਾਂ 10 ਡੇ ਦੀ ਦੇਈਦੀ ਹੈ। 10 ਡੇ ਦੀ ਵੀ ਆਪਾਂ ਇੱਕ ਤਰ੍ਹਾਂ ਦੀ ਤਾਂ ਦੇਈਦੀ ਹੁੰਦੀ ਕਰਕੇ ਆਪਾਂ ਨੂੰ ਪਤਾ ਕਿ ਇਹ ਬੰਦਾ ਨਹੀਂ 10 ਡੇ ਖਾਦਾ, 7-8 ਦਿਨ ਖਾ ਲੂਗਾ ਤਾਂ 10 ਡੇਜ਼ ਦੀ ਦਿੱਤੀ ਹੋਊਗੀ, ਫਿਰ ਇਨਫ ਹੋਊਗੀ ਵੀ ਸਾਰੀ ਬੈਕਟੀਰੀਆ ਮਰ ਗਈ। ਪਰ ਜੇ ਆਪਾਂ 5 ਦਿਨ ਦਈਏ ਕੇਅਰ ਹੀ ਉਹ ਪੂਰੀ ਨਹੀਂ ਹੁੰਦੀ। ਰਾਈਟ। ਇਹ ਕਿਉਂਕਿ ਅਸੀਂ ਦੇਖੋ ਹਰ ਇੱਕ ਪਰਿਵਾਰ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਦੋਸਤੋ ਕਿ ਅਸੀਂ ਕਿਤੇ ਨਾ ਕਿਤੇ ਇਨਫੋਰਮੇਸ਼ਨ ਦੇ ਸਕੀਏ। ਮੇਰੇ ਆਪ ਦੇ ਘਰ ਦੀ ਗੱਲ ਕਰਦਾ ਵੀ ਅਸੀਂ ਕਈ ਦਫਾ ਦਵਾਈ ਲੈਂਦੇ ਹਾਂ, ਅਸੀਂ ਕਹਿੰਦੇ ਵੀ ਮੇਰੇ ਮਦਰ ਦੀ ਗੱਲ ਹੁੰਦੀ ਆ, ਉਹ ਕਹਿੰਦੇ ਨੇ ਵੀ ਸਾਨੂੰ ਡਾਕਟਰ ਸਾਹਿਬ ਨੇ ਕਾਹਨੂੰ ਦਵਾਈਆਂ ਖਾਣੀਆਂ ਨੇ, ਉਹਨਾਂ ਨੇ ਐਵੇਂ 7 ਦਿਨ ਦੀ ਦੇਤੀ, ਮੈਂ 3 ਦਿਨ ਖਾ ਲਈ, ਮੈਂ ਹੁਣ ਠੀਕ ਹੋ ਗਈ ਹਾਂ, ਹੁਣ ਮੈਂ ਖਾਣੀ ਨਹੀਂ ਹੈ। ਇਹ ਸਭ ਤੋਂ ਬੜੀ ਜਿਹੜੀ ਗਲਤੀ ਅਸੀਂ ਕਰਦੇ ਹਾਂ, ਵੈਰੀ ਬਿਗ ਮਿਸਟੇਕ ਹੈ। ਇਹਦੇ ਨਾਲ ਐਂਟੀਬਾਇਓਟਿਕ ਰੈਜ਼ਿਸਟੈਂਸ ਬਹੁਤ ਬਣਦੀ ਆ। ਓਕੇ, ਜਦੋਂ ਤੱਕ ਅਸੀਂ ਕੋਰਸ ਕੰਪਲੀਟ ਨਾ ਕਰੀਏ, ਕੋਰਸ ਕੰਪਲੀਟ ਕਰ ਲਈ ਠੀਕ। ਅਗਰ ਤੁਹਾਨੂੰ 7 ਦਿਨ ਦਾ ਕੋਰਸ ਦਿੱਤਾ ਤਾਂ 7 ਦਿਨ ਖਾਣੀ ਜ਼ਰੂਰੀ ਹੈ। ਬਿਲਕੁਲ ਜ਼ਰੂਰੀ ਹੈਗੀ, ਨਹੀਂ ਤਾਂ ਤੁਹਾਡੇ ਨੁਕਸਾਨ ਵਾਸਤੇ ਵੀ ਹੈ ਪਰ ਸਾਰਿਆਂ ਵਾਸਤੇ ਨੁਕਸਾਨ ਵਾਸਤੇ ਵੀ ਆ। ਉਹ ਇੱਕ ਮੈਂ ਫਿਰ ਉਹੀ ਵਾਪਸ ਪਹਿਲੇ ਵਾਲੇ ਸਵਾਲ ਤੇ ਆਣਾ ਕਿ ਅਗਰ ਅਸੀਂ ਉਹੀ ਚੀਜ਼, ਉਹੀ ਸਿੰਪਟਮਸ ਸਾਨੂੰ 6 ਮਹੀਨੇ ਬਾਅਦ, 2 ਮਹੀਨੇ ਬਾਅਦ ਹੁੰਨੇ ਆ, ਫਿਰ ਅਸੀਂ ਸੇਮ ਅਗਰ ਉਹ ਐਂਟੀਬਾਇਓਟਿਕ ਬਚੀ ਹੁੰਦੀ ਹੈ ਜਾਂ ਅਸੀਂ ਉਹੀ ਸੇਮ ਪਰਚੀ ਤੇ ਫਿਰ ਲੈ ਲੈਂਦੇ ਆ, ਤਾਂ ਉਹ ਵੀ ਨਹੀਂ ਕਰਨਾ ਚਾਹੀਦਾ। ਉਹਦੇ ਬਾਰੇ ਵੀ ਸਾਨੂੰ ਦੁਬਾਰੇ ਡਾਇਗਨੋਸ ਕਰਵਾਉਣਾ ਪੈਂਦਾ। ਮੈਂ ਕਰਾਉਣਾ ਚਾਹੀਦਾ ਕਰਕੇ ਮੇ ਬੀ ਨਹੀਂ ਸੇਮ ਇਨਫੈਕਸ਼ਨ ਹੈ ਕਿ ਆਪਾਂ ਸੋਚ ਸਕਦੇ ਹਾਂ, ਪਰ ਮੇ ਬੀ ਨਹੀਂ ਸੇਮ ਇਨਫੈਕਸ਼ਨ ਹੋਗੀ, ਮੇ ਬੀ ਡਿਫਰੈਂਟ ਇਨਫੈਕਸ਼ਨ ਆ, ਵਾਇਰਸ ਆ, ਤਾਂ ਆਪਾਂ ਵੈਸੇ ਲੈ ਲਈਏ ਬਿਨਾ ਲੋੜ ਤੋਂ, ਉਹ ਵੀ ਗਲਤ ਹੈਗੀ ਆ। ਰਾਈਟ, ਗਲਤ। ਓਕੇ। ਕਈ ਦਫਾ ਹੁੰਦਾ ਵੀ ਬੁਖਾਰ ਹੋਇਆ ਜਾਂ ਗਰਮ ਸਰਦ ਹੋਇਆ ਜਾਂ ਖਾਂਸੀ ਹੋਈ ਹੈ, ਬੰਦੇ ਨੂੰ ਹੁੰਦਾ ਵੀ ਖਾਂਸੀ ਹੋਈ ਹੈ ਤਾਂ ਤੈਨੂੰ ਠੰਡ ਕਰਕੇ ਹੋਈ ਹੈ, ਜਾਂ ਖਾਂਸੀ ਹੋਈ ਹੈ, ਜ਼ਿਆਦਾਤਰ ਘਰਾਂ ਦੇ ਵਿੱਚ ਇਹ ਹੁੰਦਾ ਵੀ ਤੂੰ ਠੰਡਾ ਪਾਣੀ ਪੀ ਲਿਆ ਹੋਣਾ। ਇਹ ਨਾਲ ਦੂਸਰੀ ਗੱਲ ਹੁੰਦੀ ਹੈ ਵਿੰਟਰ ਟਾਈਮ ਦੇ ਵਿੱਚ ਅੱਜ ਕੱਲ੍ਹ ਹੁਣ ਕੋਲਡ ਐਂਡ ਫਲੂ ਹੋਣੇ ਆ। ਕੋਲਡ ਐਂਡ ਫਲੂ ਵਾਇਰਸ ਤੋਂ ਹੁੰਦੇ ਆ। ਰਾਈਟ। ਸੋ ਮਤਲਬ ਜਦੋਂ ਕਿਸੇ ਨੂੰ ਮਾੜਾ ਜਿਹਾ ਗਲਾ ਦੁਖਦਾ, ਮੋਸਟ ਆਫ ਦਾ ਟਾਈਮ ਉਹ ਵਾਇਰਸ ਹੁੰਦੀ ਆ, ਵੈਰੀ ਫਿਊ ਟਾਈਮ ਉਹ ਬੈਕਟੀਰੀਆ ਹੁੰਦੀ ਆ। ਜੇ ਖੰਘ ਹੁੰਦੀ ਆ, ਕੋਲਡ ਵਗੈਰਾ ਹੋ ਗਿਆ, ਉਹ ਵੀ ਵਾਇਰਸ ਹੁੰਦੀ ਆ। ਜਦੋਂ ਆਪਾਂ ਵਾਇਰਸ ਤੇ ਹੋਈ ਹੋਵੇ ਇਨਫੈਕਸ਼ਨ ਤਾਂ ਐਂਟੀਬਾਇਓਟਿਕ ਖਾ ਲਈਏ, ਐਂਟੀਬਾਇਓਟਿਕ ਨੇ ਅਸਰ ਨੂੰ ਕੁਛ ਨਹੀਂ ਕਰਨਾ, ਪਰ ਮਨ ਨੂੰ ਤਸੱਲੀ ਆ ਜਾਂਦੀ ਮੈਂ ਦਵਾਈ ਖਾ ਰਿਹਾ। ਤਾਂ ਜੇ ਕੇਅਰ ਅਸੀਂ ਬੰਦੇ ਨੂੰ ਕਹੀਦਾ ਵੀ ਤੈਨੂੰ ਕੋਈ ਦਵਾਈ ਦੀ ਲੋੜ ਨਹੀਂ, ਬੰਦਾ ਬਾਹਰ ਜਾਂਦਾ ਵੀ ਉਹ ਕੌਣ ਸੀ, ਮੈਨੂੰ ਦਵਾਈ ਨਹੀਂ ਦਿੱਤੀ। ਜੇ ਉਹਨੂੰ ਤੁਸੀਂ ਐਂਟੀਬਾਇਓਟਿਕ ਦੇ ਦਿਓ ਜਾਂ ਹੋਰ ਕੋਈ ਦਵਾਈ ਦੇ ਦਿਓ, ਬੰਦਾ ਖੁਸ਼ ਹੋ ਜਾਂਦਾ ਸਾਈਕੋਲੋਜੀਕਲੀ ਵੀ ਮੈਨੂੰ ਮੈਂ ਕੁਝ ਖਾ ਰਿਹਾ, ਵੀ ਮੈਂ ਠੀਕ ਹੀ ਫੀਲ ਕਰ ਰਿਹਾ, ਮੈਂ ਠੀਕ ਹੋ ਜਾਊਂਗਾ, ਮੈਨੂੰ ਦਵਾਈ ਮਿਲ ਗਈ ਆ। ਰਾਈਟ। ਬਟ ਸਮਟਾਈਮਸ ਦ ਬੈਸਟ ਮੈਡੀਸਿਨ ਇਜ਼ ਨੋ ਮੈਡੀਸਿਨ। ਸਾਡੇ ਨਾਲ ਜਸਵੀਰ ਸਿੰਘ ਭੂਈ ਜੀ ਜਿਹੜੇ ਕਿ BSc ਫਾਰਮਾ ਨੇ, ਫਾਰਮਾਸਿਸਟ ਓਨਰ ਨੇ, ਖਾਸ ਕਰਕੇ ਐਡਮਿੰਟਨ ਦੇ ਸਾਰੇ ਦਰਸ਼ਕਾਂ ਦੇ ਲਈ ਜਿਹੜੇ ਹੈਗੇ ਨੇ, ਕਾਫੀ ਸਾਡੇ ਜਿਹੜੇ ਵਿਊਅਰਸ ਜਾਣਦੇ ਹੋਣਗੇ। ਐਲਬਰਟਾ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਮੈਡੀਸਿਨਸ ਦੀ ਗੱਲ ਕਰਦੇ ਹਾਂ, ਅਸੀਂ ਘਰ ਦੇ ਵਿੱਚ ਛੋਟੀ-ਮੋਟੀਆਂ ਚੀਜ਼ਾਂ ਹੁੰਦੀਆਂ ਨੇ। ਅੱਛਾ ਸਰ, ਇੱਕ ਮੈਡੀਸਨ ਦੀ ਗੱਲ ਹੁੰਦੀ ਹੈ, ਕੁਝ ਮੈਡੀਸਨ ਇਦਾਂ ਦੀਆਂ ਹੁੰਦੀਆਂ ਨੇ ਵੀ ਅਸੀਂ ਲੈ ਕੇ ਘਰੇ ਰੱਖ ਲੈਂਦੇ ਹਾਂ, ਉਹਨਾਂ ਦੀ ਜਿਹੜੀ ਟਾਈਮ ਡਿਊਰੇਸ਼ਨ ਹੁੰਦੀ ਹੈ ਵੀ ਲਾਈਕ ਵੀ ਇੰਨੀ ਦੇਰ ਤੱਕ ਉਹ ਵੈਲਿਡ ਹੁੰਦੀਆਂ ਨੇ, ਹਨਾ। ਕੁਝ ਚੀਜ਼ਾਂ ਦੀ ਗੱਲ ਹੁੰਦੀ ਹੈ ਵੀ ਅਗਰ ਮੈਂ ਆਪਣੇ ਬੱਚੇ ਦੀ, ਮੇਰੇ ਜਿਹੜਾ ਹੈਗਾ ਘਰੇ ਅਗਰ ਛੋਟਾ ਬੇਬੀ ਹੈ, ਕਈ ਦਫਾ ਗੱਲ ਹੁੰਦੀ ਵੀ ਇਹ ਮੈਡੀਸਨ ਹੈ ਤੁਸੀਂ 1 ਮਹੀਨੇ ਬਾਅਦ ਤੁਸੀਂ ਨਹੀਂ ਯੂਜ਼ ਕਰ ਸਕਦੇ, ਜਾਂ ਫਿਰ ਆਹ ਜਿਹੜੀ ਡੇਟ ਹੁੰਦੀ ਹੈ ਬੰਦਾ ਕਹਿੰਦਾ ਵੀ ਸ਼ਾਇਦ 1 ਦਿਨ ਪੁਰਾਣੀ ਹੀ ਹੋਈ ਹੈ ਵੀ ਮੈਂ ਯੂਜ਼ ਕਰ ਲਾਂ ਵੀ ਮੈਂ ਖਰਾਬ ਨਹੀਂ ਹੋਏਗੀ। ਤਾਂ ਉਹਦੇ ਵਿੱਚ ਮੈਡੀਸਨ ਦੀ ਇੱਕ ਜਿਹੜੀ ਹੈਗੀ ਡਿਊਰੇਸ਼ਨ ਹੈਗੀ ਹੈ, ਲਾਈਫ ਹੈ ਜਿਹੜੀ, ਉਹ ਕਿੱਦਾਂ ਅਸੀਂ ਦੇਖ ਸਕਦੇ ਹਾਂ ਵੀ ਅਸੀਂ ਬੰਦਾ ਕਹਿੰਦਾ ਵੀ ਯਾਰ ਇਕੱਠੀ ਮੰਗਵਾ ਲਓ, ਜਾਂ ਅਸੀਂ ਕਈ ਦਫਾ ਬੈਕ ਹੋਮ ਤੋਂ ਦਵਾਈਆਂ ਮੰਗਵਾਈਆਂ ਹੁੰਦੀਆਂ ਨੇ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਸੋ ਜਿਹੜੀ ਕੋਈ ਵੀ ਮੈਡੀਸਨ ਦੀ ਐਕਸਪੀਰੇਸ਼ਨ ਡੇਟ ਹੁੰਦੀ ਆ, ਉਹਦਾ ਮਤਲਬ ਹੁੰਦਾ ਵੀ ਉਹ ਦਵਾਈ ਦੀ ਪੋਟੈਂਸੀ ਘਟ ਗਈ ਹੈਗੀ ਆ। ਸੋ ਮੋਸਟ ਆਫ ਦਾ ਟਾਈਮ ਇਹ ਨਹੀਂ ਹੁੰਦਾ ਵੀ ਦਵਾਈ ਖਰਾਬ ਹੋ ਗਈ, ਪਰ ਉਹਦਾ ਦਵਾਈ ਦਾ ਅਸਰ ਘਟ ਗਿਆ।
ਸੋ ਮੋਸਟ ਜਦੋਂ ਆਪਾਂ ਕਰਦੇ ਹੁੰਦੇ ਮੋਸਟ ਆਫ ਦਾ ਟਾਈਮ ਐਕਸਪੀਰੇਸ਼ਨ ਡੇਟ ਹੁੰਦੀ 90% ਪੋਟੈਂਸੀ। ਸੋ ਜੇ ਆਪਾਂ ਜਦੋਂ ਉਸ ਦਿਨ ਬਣਾਈ ਸੀਗੀ ਦਵਾਈ ਉੱਥੇ 100% ਪੋਟੈਂਸੀ ਆ, ਤਾਂ ਜਦੋਂ ਐਕਸਪੀਰੇਸ਼ਨ ਉਹਦੀ ਹੋਈ ਉਹਦੀ 90% ਪੋਟੈਂਸੀ ਹੋ ਗਈ ਆ। ਸੋ ਇਹਦਾ ਮਤਲਬ ਨਹੀਂ ਹੁੰਦਾ ਵੀ ਆਪਾਂ ਕੀ ਕਹਿੰਦੇ ਹੁੰਦੇ ਵੀ ਦਵਾਈ ਖਰਾਬ ਹੋ ਗਈ, ਵੇਸਟ ਹੋ ਗਈ। ਕਈ ਦਵਾਈਆਂ ਹੈਗੀਆਂ ਖਰਾਬ ਹੋ ਜਾਂਦੀਆਂ, ਰਾਈਟ, ਪਰ ਕਈ ਦਵਾਈਆਂ ਮਤਲਬ ਉਹਦੀ ਪੋਟੈਂਸੀ ਘਟ ਜਾਂਦੀ, ਉਹਨੇ ਅਸਰ ਨਹੀਂ ਕਰਨਾ। ਸੋ ਫਿਰ ਉਹ ਲੈਣ ਦਾ ਕੋਈ ਫਾਇਦਾ ਨਹੀਂ। ਬੈਟਰ ਕਿ ਅਸੀਂ ਉਹਨੂੰ ਚੇਂਜ ਕਰ ਲਈਏ, ਉਹਨੂੰ ਰਿਪਲੇਸ ਕਰ ਲਈਏ ਜਾਂ ਨਵੀਂ ਮੈਡੀਸਨ ਲੈ ਲਈਏ। ਬਿਲਕੁਲ ਨਵੀਂ ਲਈ ਜਾਵੇ। ਹੁਣ ਜਿੱਦਾਂ ਤੁਸੀਂ ਗੱਲ ਕਰਦੇ ਐਂਟੀਬਾਇਓਟਿਕਸ ਦੀ ਆਪਾਂ ਗੱਲ ਕਰਦੇ ਸੀ, ਬੱਚਿਆਂ ਨੂੰ ਆਪਾਂ ਦੇ ਦਈਏ ਮਿਕਸ ਕੀਤੀ ਹੁੰਦੀ ਹੈ, 14 ਡੇ ਐਕਸਪੀਰੇਸ਼ਨ ਡੇਟ ਹੈਗੀ ਉਹਦੀ। ਉਹਦਾ ਮਤਲਬ ਹੈਗਾ 14 ਡੇ ਬਾਅਦ ਉਹਨੇ ਖਰਾਬ ਹੋ ਜਾਣਾ। ਸੋ ਮਤਲਬ ਤੁਸੀਂ ਸਮਝੋ ਜੇ 14 ਡੇ ਬਾਅਦ ਹੋ ਗਈ, ਹਫਤੇ ਬਾਅਦ ਉਹਨੇ ਹੋਰ ਵੀ ਜ਼ਿਆਦਾ ਖਰਾਬ ਹੋ ਜਾਣਾ। ਸੋ ਆਪਾਂ ਨੂੰ ਐਕਸਪਾਇਰਡ ਡਰੱਗਸ ਨਹੀਂ ਯੂਜ਼ ਕਰਨੀਆਂ ਚਾਹੀਦੀਆਂ, ਕਰਕੇ ਆਪਾਂ ਨੂੰ ਪਤਾ ਨਹੀਂ ਉਹਦੀ ਪੋਟੈਂਸੀ ਰਹੀ ਕੀ ਹੈਗੀ ਆ। ਜੀ, ਤਾਂ ਦੂਸਰੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦਾ, ਆਪਣੇ ਅਲਬਰਟਾ ਦੇ ਵਿੱਚ ਮੈਨੂੰ ਪਤਾ ਬਾਹਰਲੇ ਬੰਦੇ ਵੀ ਆਪਣੀ ਸ਼ੋਅ ਦੇਖ ਰਹੇ ਆ, ਜੀ, ਪਰ ਅਲਬਰਟਾ ਦੇ ਵਿੱਚ ਆਪਣੇ ਜਿੰਨੇ ਵੀ 올ਡ ਮੈਡੀਕੇਸ਼ਨਸ ਹੈਗੀਆਂ ਸਾਰੀਆਂ ਕੋਈ ਵੀ ਗਾਰਬੇਜ ਦੇ ਵਿੱਚ ਨਹੀਂ ਸਿੱਟਣੀਆਂ ਚਾਹੀਦੀਆਂ, ਜਾਂ ਟੋਇਲਟ ਦੇ ਵਿੱਚ ਨਹੀਂ ਫਲਸ਼ ਕਰਨੀਆਂ ਚਾਹੀਦੀਆਂ, ਸਿੰਕ ਦੇ ਵਿੱਚ ਨਹੀਂ ਫਲਸ਼ ਕਰਨੀਆਂ ਚਾਹੀਦੀਆਂ। ਕਾਰਨ ਜੀ? ਕਾਰਨ ਇਹ ਹੈਗਾ ਜਦੋਂ ਆਪਾਂ ਇਹ ਕਰਦੇ ਹਾਂ ਤਾਂ ਉਹ ਸਾਰੀਆਂ ਆਪਣੀਆਂ ਵਾਟਰ ਸਿਸਟਮ 'ਚ ਜਾਂਦੀਆਂ, ਲੈਂਡਫਿਲ 'ਚ ਜਾਂਦੀਆਂ। ਲੈਂਡਫਿਲ ਦੇ ਵਿੱਚ ਵੀ ਮੁੜ ਕੇ ਪਾਣੀ ਸੀਪ ਕਰਕੇ ਆਪਣੇ ਡਰਿੰਕਿੰਗ ਵਾਟਰ ਦੇ ਵਿੱਚ ਮੁੜ ਕੇ ਫਿਰ ਆ ਜਾਂਦੀਆਂ ਆ। ਓਕੇ, ਸੋ ਹੁਣ ਜੇ ਆਪਾਂ ਡਿਸਪੋਜ਼ ਕਰਦੇ ਆ ਸਿੰਕ ਦੇ ਵਿੱਚ, ਉਹੀ ਸਾਰਾ ਪਾਣੀ ਡਰੇਨ ਹੋ ਕੇ ਰਿਵਰ 'ਚ ਮੁੜ ਕੇ ਜਾਂਦਾ ਆ। ਪਿਊਰੀਫਿਕੇਸ਼ਨ ਤਾਂ ਹੁੰਦੀ ਆ, ਪਰ ਫਿਰ ਵੀ ਉਹ ਸਾਰੀਆਂ ਕਹਿ ਲਓ ਕੈਮੀਕਲਸ ਨਹੀਂ ਨਿਕਲਦੇ ਪਾਣੀ ਦੇ ਵਿੱਚੋਂ। ਰਾਈਟ, ਇਹਨਾਂ ਨੂੰ ਫਿਰ ਡਿਸਪੋਜ਼ ਆਫ ਕਰਨ ਦਾ ਕੀ ਸਹੀ ਰਸਤਾ ਕੀ ਹੈ ਸਰ? ਸੋ ਅਲਬਰਟਾ ਦੇ ਵਿੱਚ ਐਵਰੀ ਫਾਰਮੇਸੀ ਆਪਣੇ ਕਲੈਕਟ ਕਰਦੀਆਂ ਡਰੱਗਸ, ਉਹਨੂੰ ਅਸੀਂ ਕਹੀਦੇ ਡੈਡ ਡਰੱਗਸ। ਓਕੇ, ਸੋ ਜਦੋਂ ਵੀ ਕੋਈ ਡਿਸਪੋਜ਼ ਕਰਨੀ ਹੋਵੇ ਮੈਡੀਕੇਸ਼ਨ ਲਿਫਾਫੇ 'ਚ ਪਾ ਕੇ, ਮੈਂ ਤਾਂ ਕਹੂੰਗਾ ਵੀ ਸਾਰਿਆਂ ਨੂੰ ਇੱਕ ਲਿਫਾਫੇ 'ਚ ਪਾ ਦਿਓ, ਸਾਡੇ ਲਈ ਈਜ਼ੀ ਰਹਿੰਦਾ। ਇੰਸਟੈਡ ਆਫ ਕਹਿ ਲਓ ਵੀ ਇਕੱਲੀਆਂ ਬੋਤਲਾਂ ਲਿਆਉਣ ਨਾਲੋਂ ਲਿਫਾਫੇ 'ਚ ਪਾਈਆਂ ਹੋਣ, ਲੇਬਲ ਲਾਏ ਹੋਣ, ਮਤਲਬ ਸਾਨੂੰ ਲੋੜ ਨਹੀਂ ਕਿ ਆਪਣਾ ਲੇਬਲ ਦਿਖਾ ਲੈਣ ਨੂੰ ਵੀ ਕਿਹਦੀ ਦਵਾਈ ਕਿੱਥੇ ਸੀਗੀ। ਜੀ, ਤਾਂ ਲਿਆ ਕੇ ਫਾਰਮੇਸੀ 'ਚ ਨੂੰ ਦੇ ਦਿਓ। ਅਸੀਂ ਕੀ ਕਰੀਦਾ, ਉਹਨਾਂ ਨੂੰ ਸਪੈਸ਼ਲ ਲੈ ਕੇ ਅੱਗੇ ਜਾਂਦੀਆਂ ਫਿਰ ਡਿਸਪੋਜ਼ੇਬਲ ਪ੍ਰੋਪਰ ਇਨਸਿਨਰੇਸ਼ਨ ਕਰਦੇ ਆ। ਓਕੇ, ਮਤਲਬ ਕਿ ਮੈਡੀਸਨਸ ਅਗਰ ਦੋਸਤੋ ਅਗਰ ਸਾਡੇ ਕੋਲੇ ਪਈਆਂ ਨੇ, ਅਸੀਂ ਆਮ ਤੌਰ ਤੇ ਅਸੀਂ ਸਿੱਟ ਦਿੰਦੇ ਆ, ਗਾਰਬੇਜ 'ਚ ਪਾ ਦਿੰਦੇ ਆ ਜਾਂ ਫਲਸ਼ 'ਚ ਕਰ ਦਿੰਦੇ ਆ, ਕਿਤੇ ਵੀ ਕਰ ਦਿੰਦੇ ਆ, ਉਹਦਾ ਇਫੈਕਟ ਕਿਤੇ ਨਾ ਕਿਤੇ ਸਾਡੇ ਵਾਤਾਵਰਣ ਤੇ ਪੈ ਜਾਂਦਾ, ਜਾਂ ਓਵਰਆਲ ਘੁੰਮ ਕੇ ਉਹ ਚੀਜ਼ ਕਹਿੰਦੇ ਵੀ ਵਾਪਸ ਫਿਰ ਉੱਥੇ ਆ ਜਾਂਦੀ ਹੈ। ਤਾਂ ਸਪੈਸ਼ਲੀ ਅਗਰ ਮੈਡੀਸਨਸ ਤੁਸੀਂ ਡਿਸਪੋਜ਼ ਆਫ ਕਰਨੀਆਂ ਨੇ ਤਾਂ ਤੁਸੀਂ ਕਿਸੇ ਵੀ ਫਾਰਮੇਸੀ ਤੇ, ਹਰ ਇੱਕ ਫਾਰਮੇਸੀ ਤੇ ਹਰ ਇੱਕ ਫਾਰਮੇਸੀ ਤੇ ਜਦੋਂ ਅਸੀਂ ਕੋਈ ਚੀਜ਼ ਲੈਣ ਜਾਂਦੇ ਆ ਉਹਨਾਂ ਨੂੰ ਅਸੀਂ ਹੈਂਡਓਵਰ ਕਰ ਸਕਦੇ ਆ, ਤੇ ਉਹਦੇ ਲਈ ਕੋਈ ਕੁਐਸਚਨਿੰਗ ਨਹੀਂ ਹੁੰਦੀ। ਉਹਨਾਂ ਨੂੰ ਜਸਟ ਤੁਸੀਂ ਕਹਿਣਾ ਵੀ ਇਹ ਡਿਸਪੋਜ਼ ਆਫ ਕਰਨੀ ਹੈ। ਉਹਨਾਂ ਕਹਿੰਦੇ ਡੈਡ ਡਰੱਗਸ ਨੇ। ਓਕੇ, ਇੱਕ ਵਰਡ ਹੈਗਾ ਵੀ ਡੈਡ ਡਰੱਗਸ ਨੇ, ਇਹਨਾਂ ਨੂੰ ਤੁਸੀਂ ਡਿਸਪੋਜ਼ ਆਫ ਕਰ ਦਿਓ। ਉਹ ਤਾਂ ਕਹਿੰਦੇ ਪੁਰਾਣੀਆਂ ਦਵਾਈਆਂ, ਐਕਸਪਾਇਰਡ ਦਵਾਈਆਂ, ਸਾਡਾ ਦਸੀ ਲਫ਼ਜ਼ ਵਰਜੀ ਦਾ ਡੈਡ ਡਰੱਗਸ। ਬਿਲਕੁਲ, ਕਿਉਂਕਿ ਅਸੀਂ ਇੱਥੇ ਬਹੁਤ ਜਿਵੇਂ ਆਪਾਂ ਦੇਖਦੇ ਹਾਂ ਵੀ ਸਾਫ਼ ਸਫਾਈ, ਅਸੀਂ ਵਾਤਾਵਰਨ, ਅਸੀਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਕੰਟਰੀਜ਼ ਦੇ ਵਿੱਚ ਆ ਕੇ ਅਸੀਂ ਸੋਚਦੇ ਹਾਂ ਵੀ ਆਪਣੀ ਜਿਹੜੀ ਜ਼ਿੰਦਗੀ ਨੂੰ ਅਸੀਂ ਵਧੀਆ ਕਰ ਸਕੀਏ, ਹਨਾ, ਵਧੀਆ। ਤਾਂ ਇਹ ਛੋਟੇ ਜਿਹੜੇ ਪੁਆਇੰਟਸ ਨੇ, ਹਨਾ, ਉਹ ਅਗਰ ਅਸੀਂ ਕਾਊਂਟ ਕਰ ਲੈਂਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕਿਤੇ ਨਾ ਕਿਤੇ ਸੋਚ ਲੈਂਦੇ ਹਾਂ, ਤਾਂ ਸਾਡੇ ਲਈ ਉਹ ਜ਼ਰੂਰ ਫਾਇਦੇਮੰਦ ਸਾਬਿਤ ਹੁੰਦੀਆਂ ਨੇ। ਤਾਂ ਜਸਵੀਰ ਜੀ, ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਕਿ ਜਿਵੇਂ ਹੁਣ ਅੱਗੇ ਸਰਦੀਆਂ ਦੀ ਗੱਲ ਆ ਰਹੀ ਹੈ, ਵਿੰਟਰਸ ਆ ਰਹੀਆਂ ਨੇ। ਵਿੰਟਰਸ ਦੇ ਵਿੱਚ ਹੁਣ ਇੱਥੇ ਕਿਤੇ ਨਾ ਕਿਤੇ ਅਕਤੂਬਰ ਦੇ ਵਿੱਚ ਮੈਨੂੰ ਸੁਣਨ ਦੇ ਵਿੱਚ ਜਿਵੇਂ ਵੈਕਸੀਨੇਸ਼ਨ ਦੀ ਗੱਲ ਹੁੰਦੀ ਹੈ ਕਿ ਫਲੂ ਸ਼ਾਟਸ ਦੀ ਜਿਹੜੀ ਹੈਗੀ ਇੱਕ ਉਹ ਹੁੰਦੀਆਂ ਨੇ ਵੀ ਫਲੂ ਸ਼ਾਟਸ ਲਗਾਏ ਜਾਂਦੇ ਨੇ, ਤਾਂ ਉਹਦੇ ਬਾਰੇ ਜੀ। ਸੋ ਨਹੀਂ, ਜ਼ਰੂਰ ਤੁਹਾਡੀ ਗੱਲ ਆਪਣਾ ਥੋੜਾ ਪ੍ਰੀਐਮਪਟ ਕਰ ਲਈਏ। ਸੋ ਆਪਾਂ ਅਕਤੂਬਰ ਦੇ ਵਿੱਚ ਸਾਰਿਆਂ ਨੂੰ ਪਤਾ ਐਵਰੀ ਈਅਰ ਆਪਣੇ ਫਲੂ ਸ਼ਾਟ ਲੱਗ ਰਹੇ ਆ। ਰਾਈਟ, ਦਿਸ ਈਅਰ ਐਕਚੁਅਲੀ ਹੋਰ ਵੀ ਥੋੜਾ ਜ਼ਿਆਦਾ ਜ਼ਰੂਰੀ ਹੈਗਾ ਫਲੂ ਸ਼ਾਟ ਲਾਉਣ ਦਾ ਕੋਵਿਡ ਕਰਕੇ। ਆਪਾਂ ਨੂੰ ਇਹ ਨਹੀਂ ਪਤਾ ਲੱਗਣਾ ਜਦੋਂ ਫਲੂ ਸੀਜ਼ਨ ਆਊਗਾ ਵੀ ਆਪਾਂ ਨੂੰ ਬੁਖਾਰ ਹੋਇਆ, ਬੁਖਾਰ ਮਤਲਬ ਕੋਲਡ, ਆਪਾਂ ਨੂੰ ਫਲੂ ਹੋਇਆ ਕਿ ਆਪਾਂ ਨੂੰ ਕੋਵਿਡ ਹੋਇਆ। ਸੋ ਸਿੰਪਟਮ ਸਾਰਿਆਂ ਦੇ ਕ੍ਰਾਸ ਹੁੰਦੇ ਆ, ਤਾਂ ਕੋਈ ਪਤਾ ਨਹੀਂ ਲੱਗਦਾ। ਸੋ ਆਪਾਂ ਨੂੰ ਬਹੁਤ ਜ਼ਰੂਰੀ ਹੈ ਦਿਸ ਈਅਰ ਵੀ ਫਲੂ ਸ਼ਾਟ ਲਵਾਈ ਜਾਣ। ਐਵਰੀ ਈਅਰ ਅਕਤੂਬਰ ਦੇ ਵਿੱਚ ਲੱਗਦੇ ਆ। ਐਵਰੀਬਾਡੀ ਓਵਰ ਏਜ ਆਫ 2 ਜੀ, ਜਿੱਥੇ ਮਰਜੀ ਜਿੱਦਾਂ ਕੱਲੇ ਪਬਲਿਕ ਹੈਲਥ ਸੈਂਟਰ ਲਾ ਰੋਗੇ, ਫਾਰਮੇਸੀਆਂ 'ਚ ਲੱਗਦੀਆਂ ਹੁੰਦੀਆਂ ਆ, ਉੱਥੇ ਜਾ ਕੇ ਜ਼ਰੂਰ ਲਾਉਣਾ। ਡਾਕਟਰ ਦੇ ਆਫਿਸ ਵੀ ਲਾਉਂਦੇ ਹੁੰਦੇ ਆ ਜੀ। ਬਹੁਤ ਜ਼ਰੂਰੀ ਆ ਦਿਸ ਈਅਰ ਲਾਉਣਾ, ਐਸਪੈਸ਼ਲੀ ਕੋਵਿਡ ਕਰਕੇ ਆਪਾਂ ਨੂੰ ਹੁਣ ਕਨਫਿਊਜ਼ਨ ਬਹੁਤ ਪੈ ਜਾਣੀ ਆ ਵੀ ਕੋਵਿਡ ਹੋਇਆ, ਬੁਖਾਰ ਹੋਇਆ ਕਿ ਫਲੂ ਹੋਇਆ। ਤਾਂ ਇਹਨਾਂ ਸ਼ਾਟਸ ਦਾ ਅਸਰ ਕੀ ਰਹਿੰਦਾ ਸਰ? ਕੀ ਅਸਰ ਮਤਲਬ ਕਿ ਕਿਸ ਪਰਪਸ ਲਈ ਆਮ ਤੌਰ ਤੇ ਲਗਾਏ ਜਾਂਦੇ ਨੇ? ਮਤਲਬ ਕਿ ਫਲੂ ਸ਼ਾਟ ਆਪਾਂ ਫਲੂ ਵੈਕਸੀਨ ਹੁੰਦੀ ਆ, ਉਹਨਾਂ ਨੇ ਪ੍ਰੈਡਿਕਟ ਕੀਤੀ ਹੁੰਦੀ ਵੀ ਜਿਹੜੀ ਫਲੂ ਸਟ੍ਰੇਨ ਆ ਵੀ ਦਿਸ ਈਅਰ ਕਿਹੜੀ ਆਊਗੀ। ਸੋ ਐਵਰੀ ਈਅਰ ਜਦ ਆਪਣੀ ਕੋਈ ਵੀ ਵਾਇਰਸ ਹੈਗੀ ਆ ਉਹ ਮਿਊਟੇਟ ਹੁੰਦੀ ਰਹਿੰਦੀ ਆ। ਮਿਊਟੇਸ਼ਨ ਹੋਣ ਦੇ ਨਾਲ
ਜਿਹੜੀ ਤੁਹਾਨੂੰ ਦਿਸ ਈਅਰ ਇਨਫੈਕਟ ਕੀਤੀ ਸੀ ਉਹਨੂੰ ਨੈਕਸਟ ਈਅਰ ਜਦੋਂ ਮੁੜ ਕੇ ਆਇਆ ਉਹਨੇ ਮਿਊਟੇਟ ਹੋਈ ਹੋਣਾ, ਮੁੜ ਕੇ ਫਿਰ ਇਨਫੈਕਸ਼ਨ ਹੋ ਜਾਣੀ ਤੁਹਾਨੂੰ। ਜੇ ਸੇਮ ਵਨ ਆਵੇ ਚਾਂਸਸ ਤੁਹਾਨੂੰ ਮੁੜ ਕੇ ਇਨਫੈਕਸ਼ਨ ਹੋਣ ਦੇ ਬਹੁਤ ਸਲੋ ਆ। ਸੋ ਆਪਾਂ ਕੀ ਕਰੀਦਾ, ਉਹਨਾਂ ਨੇ ਕੀ ਕੀਤਾ, ਟਰੈਕ ਕਰਦੇ ਵਾਇਰਸਿਸ ਆਲ ਓਵਰ, ਉਹ ਪ੍ਰੈਡਿਕਟ ਕਰਦੇ ਵੀ ਦਿਸ ਈਅਰ ਆ ਵਾਇਰਸਿਸ ਆਉਗੀਆਂ, ਤਾਂ ਉਹ ਵਾਇਰਸ ਜਿਹੜੀਆਂ ਹੈਗੀਆਂ 4 ਮੇਨ ਵਾਇਰਸਿਸ ਫਲੂ ਸ਼ਾਟ ਦੇ ਵਿੱਚ ਪਾ ਦਿੰਦੇ ਆ। ਸੋ ਜਦੋਂ ਆਪਾਂ ਟੀਕਾ ਲਾਈਦਾ, ਇਮਿਊਨਾਈਜੇਸ਼ਨ ਲਾਈਦੀ, ਆਪਣੀ ਬਾਡੀ ਉਹਨਾਂ ਤੇ ਬਣਾ ਰਿਐਕਟ ਕਰਦੀ ਹੈ, ਮਤਲਬ ਇਮਿਊਨ ਸਿਸਟਮ ਵੱਧ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਵੀ ਉਹ ਵਾਇਰਸ ਕਿੱਦਾਂ ਦੀ ਹੈਗੀ ਆ। ਸੇਮ ਜਦੋਂ ਆਪਾਂ ਕੋਵਿਡ ਦੀ ਵੈਕਸੀਨ ਬਣਾਉਣੇ, ਸੇਮ ਆਈਡੀਆ ਆ। ਉਹ ਜਦੋਂ ਆਪਣੇ ਇਮਿਊਨ ਸਿਸਟਮ ਨੂੰ ਪਤਾ ਵੀ ਇਹ ਕਿੱਦਾਂ ਦੀ ਵਾਇਰਸ ਹੈਗੀ ਆ, ਜਦੋਂ ਲਾਈਵ ਵਾਇਰਸ ਆਪਣੇ ਕੋਲ ਆਊਗੀ ਤਾਂ ਪਹਿਲਾਂ ਹੀ ਫਾਈਟ ਕਰਨ ਲਈ ਤਿਆਰ ਹੁੰਦੀ ਆ। ਬਿਲਕੁਲ 100%। ਤਾਂ ਜਿਹੜੀ ਬੰਦੇ ਆਪਣੇ ਕਾਫੀ ਮਿਸ ਇਨਫੋਰਮੇਸ਼ਨ ਕਰਦੇ ਆ, ਉਹ ਕਹਿੰਦੇ ਵੀ ਜਦੋਂ ਆਪਾਂ ਫਲੂ ਸ਼ਾਟ ਲਵਾ ਲਿਆ ਆਪਣਾ ਇਮਿਊਨ ਸਿਸਟਮ ਡਾਊਨ ਹੁੰਦਾ, ਇਹ ਬਿਲਕੁਲ ਗਲਤ ਹੈ। ਕਰਕੇ ਤੁਹਾਡਾ ਇਮਿਊਨ ਸਿਸਟਮ ਐਕਚੁਅਲੀ ਓਵਰ ਐਕਟਿਵ ਹੋ ਰਿਹਾ ਜਾਂ ਡਾਊਨ ਨਹੀਂ ਹੋ ਰਿਹਾ। ਕਈ ਬੰਦੇ ਕਹਿੰਦੇ ਆ ਵੀ ਜਦੋਂ ਮੈਨੂੰ ਫਲੂ ਹੋ ਜਾਊਗਾ ਉਹ ਵਧੀਆ ਆ, ਕਰਕੇ ਮੇਰਾ ਇਮਿਊਨ ਸਿਸਟਮ ਸਟਰੋਂਗ ਹੁੰਦਾ ਆ। ਫਲੂ ਸ਼ਾਟ ਲਾਉਣ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੁੰਦਾ ਆ ਜੀ, ਕਰਕੇ ਤੁਸੀਂ ਆਲਰੇਡੀ ਵੈਕਸੀਨ ਆਪਣੇ ਬਾਡੀ ਨੂੰ ਦੱਸੀ ਪਈ ਹੈਗੀ ਕਿੱਦਾਂ ਫਾਈਟ ਕਰਨਾ ਆ। ਓਕੇ, ਤਾਂ ਇਹਦੇ ਵਿੱਚ ਸਰ ਫਲੂ ਸ਼ਾਟ ਦੀ ਗੱਲ ਕਰਦੇ ਹਾਂ ਵੀ ਫਲੂ ਸ਼ਾਟ ਦਾ ਜਿਹੜਾ ਪ੍ਰੋਸੈਸ ਹੋਏਗਾ ਵੀ ਹੁਣ ਥੋੜਾ ਜਿਹਾ ਮੈਂ ਜਾਣਨਾ ਚਾਹੁੰਦਾ ਮੈਨੂੰ, ਕਿਉਂਕਿ ਬੇਬੀ ਸਾਡੇ ਦਰਸ਼ਕਾਂ ਨੂੰ ਵੀ ਉਹ ਕੌਣ ਲਗਵਾ ਸਕਦਾ। ਹੁਣ ਕਾਫੀ ਜਿਹੜੇ ਇੱਥੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ, ਕੁਝ ਜਿਵੇਂ ਟੂਰਿਸਟ ਤੇ ਫਸੇ ਹੋਏ ਨੇ, ਕੋਈ ਸੁਪਰ ਵੀਜ਼ਾ ਤੇ ਹੈਗੇ ਨੇ, ਕਿ ਉਹਦੇ ਵਿੱਚ ਕੋਈ ਹੁੰਦਾ ਵੀ ਹਰ ਇੱਕ ਬੰਦੇ ਦੇ ਲਈ ਆਪਸ਼ਨ ਹੁੰਦੀ ਆ ਉਹ ਵੀ ਕਰਵਾ ਸਕਦੇ ਨੇ, ਜਾਂ ਜਿਹੜੇ ਇੱਥੇ ਦੇ ਲੋਕ ਉਹਦਾ ਕੀ ਡਿਮਾਂਡ ਕੀ ਹੋਏਗੀ ਵੀ ਉਹਦੇ ਲਈ ਕੀ ਹੋਏਗੀ ਵੀ ਕੌਣ ਲਗਵਾ ਸਕਦਾ? ਐਵਰੀਬਾਡੀ, ਐਨੀਬਾਡੀ, ਲਾਈਕ ਐਨੀਬਾਡੀ, ਐਵਰੀਬਾਡੀ। ਓਕੇ, ਉਹਨਾਂ ਨੂੰ ਲਗਵਾਉਣਾ ਚਾਹੀਦਾ ਆ। ਸੋ ਜਿਹੜੇ ਹੁੰਦੀ ਆ ਕਹਿ ਲਓ, ਜਦੋਂ ਮੈਂ ਕਿਹਾ ਓਵਰ ਦੀ ਏਜ ਆਫ 2 ਆਪਾਂ ਸਾਰਿਆਂ ਨੂੰ ਕਹੀਦਾ, ਇੱਕ ਸਪੈਸ਼ਲੀ ਜਿਹੜੇ ਕਹਿ ਲਓ ਹੈਗੇ ਸੀਨੀਅਰਸ, ਉਹਨਾਂ ਨੂੰ ਬਹੁਤ ਜ਼ਰੂਰੀ ਆ, ਜਾਂ ਕਿਸੇ ਨੂੰ ਹੋਰ ਕੋਈ ਬਿਮਾਰੀ ਹੈਗੀ, ਇਮਿਊਨੋ ਕੰਪਰੋਮਾਈਜ਼ਡ ਹੈਗੀ, ਉਹਨਾਂ ਨੂੰ ਬਹੁਤ ਜ਼ਰੂਰੀ ਹੈਗੀ ਆ। ਪਰ ਦੂਸਰੀ ਗੱਲ ਆ ਜਾਂਦੀ ਵੀ ਜੇ ਆਪਾਂ ਸਾਰੇ ਲਵਾਈਏ, ਉਹ ਗੱਲ ਜਦੋਂ ਆਪਾਂ ਅੱਗੇ ਕੀਤੀ ਸੀ ਹਰਡ ਇਮਿਊਨਿਟੀ ਹੋ ਜਾਂਦੀ ਆ। ਹਰਡ ਇਮਿਊਨਿਟੀ ਦਾ ਮਤਲਬ ਜੇ ਆਪਾਂ 60-70% ਬੰਦਿਆਂ ਨੇ ਸਾਰਿਆਂ ਨੇ ਲਵਾਇਆ ਜੀ, ਤਾਂ ਜਿਹੜੇ 20-30% ਹੈਗੇ ਆ ਬੰਦੇ, ਉਹਨਾਂ ਨੂੰ ਵੀ ਨਹੀਂ ਹੋਣਾ। ਪਰ ਲੋਨ ਜਾਂ ਨਾ ਲੋਨ ਕਰਕੇ ਜਦੋਂ ਆਪਾਂ ਸਪਰੈਡ ਹੋਣ ਤੋਂ ਹੀ ਰੋਕ ਦੇਣਾ ਤਾਂ ਫਿਰ ਉਹ ਸਾਰਿਆਂ ਨੂੰ ਫਾਇਦਾ ਹੁੰਦਾ। ਐਕਸਪੈਸ਼ਲੀ ਆਪਣੇ ਸੀਨੀਅਰਸ ਵਾਸਤੇ ਹੈਗਾ, ਕਰਕੇ ਸੀਨੀਅਰਸ ਦੇ ਨਾਲ ਫਲੂ ਦੇ ਨਾਲ ਬੰਦੇ ਮਰਦੇ, ਐਵਰੀ ਈਅਰ ਡੈਥਸ ਹੁੰਦੀਆਂ ਫਲੂ ਦੇ ਨਾਲ। ਆਪਾਂ ਪ੍ਰੀਵੈਂਟ ਕਰ ਸਕਦੇ ਤਾਂ ਜ਼ਰੂਰ ਕਰਨੀਆਂ ਚਾਹੀਦੀਆਂ। ਇਹਦਾ ਕੀ ਹੁਣ ਪ੍ਰੋਸੈਸ ਕੀ ਰਹੇਗਾ ਸਰ? ਕੁਝ ਅਪਾਇੰਟਮੈਂਟ ਬੇਸ ਜਾਂ ਕੀ ਕੁਝ ਹਜੇ ਤੱਕ ਕੋਈ ਗਾਈਡਲਾਈਨਸ ਆਈਆਂ ਨੇ? ਕਿੱਦਾਂ ਇਨਫੋਰਮੇਸ਼ਨ ਕਿੱਦਾਂ ਲਈ ਜਾ ਸਕਦੀ ਹੈ? ਸੋ ਮੈਂ ਤੁਹਾਨੂੰ ਜਨਰਲ ਇਨਫੋਰਮੇਸ਼ਨ ਹਜੇ ਦੇ ਦੇਣਾ, ਲੇਟਰ ਔਨ ਆਪਾਂ ਲੱਗੇ ਜਾ ਕੇ ਫਿਰ ਕਰ ਲਵਾਂਗੇ। ਮਿਡਲ ਆਫ ਅਕਤੂਬਰ ਦੇ ਵਿੱਚ ਫਲੂ ਸ਼ਾਟ ਆਉਗੇ। every pharmacy ਅਲਬਰਟਾ ਚ ਲਾਓਗੇ ਜੀ, ਡਾਕਟਰਸ ਆਫਿਸ ਲਾਓਗੇ ਜੀ, ਤਾਂ ਪਬਲਿਕ ਹੈਲਥ ਕਲੀਨਿਕ ਲਾਓਗੇ। ਤਾਂ ਜਿੱਦਾਂ ਬੰਦੇ ਨੂੰ ਪਤਾ ਪਬਲਿਕ ਹੈਲਥ ਕਲੀਨਿਕ ਮਾਲਾਂ ਦੇ ਵਿੱਚ ਵੀ ਜਾ ਕੇ ਫਿਰ ਸੈੱਟ ਕਰਦੇ ਹੁੰਦੇ ਆ ਜੀ, ਤਾਂ ਮਾਲਸ ਦੇ ਵਿੱਚ ਫਿਰ ਉੱਥੇ ਹੋ ਜਾਂਦਾ। ਸੋ ਪ੍ਰੀਵੀਅਸ ਈਅਰਸ ਦੇ ਵਿੱਚ ਆਪਣਾ ਵਾਕ ਇਨ ਚੱਲਦਾ ਸੀਗਾ ਜੀ। ਦਿਸ ਈਅਰ ਮੈਂ ਤੁਹਾਨੂੰ ਅੱਜ ਨਹੀਂ ਦੱਸ ਸਕਦਾ ਵੀ ਵਾਕ ਇਨ ਚੱਲੂਗਾ ਕਿ ਆਪਾਂ ਅਪਾਇੰਟਮੈਂਟ ਸਿਸਟਮ ਚੱਲੂਗਾ। ਹਾਲੇ ਤੱਕ ਨਾਟ ਸ਼ੋਰ ਵੀ ਕਿੱਦਾਂ ਦਾ ਪ੍ਰੋਸੈਸ ਹੋਣਾ ਹੈ। ਯਾ ਕਰਕੇ ਦਿਸ ਈਅਰ ਸਾਰਾ ਕੁਝ ਚੇਂਜ ਹੋ ਰਿਹਾ। ਰਾਈਟ ਬਿਲਕੁਲ ਜੀ, ਕਿਉਂਕਿ ਹਰ ਇੱਕ ਬੰਦੇ ਦਾ ਲਾਈਫ ਸਟਾਈਲ ਹੀ ਚੇਂਜ ਹੋ ਗਿਆ ਹੋਇਆ, ਹਰ ਇੱਕ ਤਰ੍ਹਾਂ ਦੇ ਜਿਹੜੀ ਹੈਗੇ ਨੇ ਚੇਂਜਸ ਹੋ ਚੁੱਕੀਆਂ ਨੇ। ਅੱਛਾ ਸਰ, ਇੱਕ ਮੈਂ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਮੈਡੀਸਨਸ ਦੇ ਉੱਤੇ। ਜਿਹੜੀ ਕਿਸੇ ਨੇ ਮੈਡੀਸਨਸ ਲੈਣੀਆਂ ਹੁੰਦੀਆਂ ਨੇ, ਉਹਦੇ ਲਈ ਜਿਵੇਂ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ, ਮੈਡੀਸਨ ਦਾ ਜਿਹੜਾ ਹੈਗਾ ਇਫੈਕਟ, ਜਾਂ ਜਿਵੇਂ ਕੋਈ ਬੰਦਾ ਇੱਥੇ ਰਹਿ ਰਿਹਾ ਜਾਂ PR ਹੈ ਜਾਂ ਸਿਟੀਜ਼ਨ ਹੈ, ਤਾਂ ਮੈਡੀਸਨ ਦਾ ਜਿਹੜਾ ਖਰਚਾ ਹੈਗਾ ਉਹਦੇ ਬਾਰੇ ਥੋੜਾ ਜਿਹਾ ਦੱਸੋ ਵੀ ਕਈਆਂ ਨੂੰ ਨਹੀਂ ਨੌਲੇਜ ਹੁੰਦੀ ਹੈ, ਕਈ ਮੇਰੇ ਵਰਗੇ ਨਵੇਂ ਆਏ ਹੁੰਦੇ ਨੇ ਵੀ ਮੈਡੀਸਨਸ ਦਾ ਜਿਹੜਾ ਪ੍ਰੋਸੈਸ ਹੈਗਾ, ਮੈਡੀਸਨ ਕਿਸੇ ਨੇ ਬਾਏ ਕਰਨੀ ਹੈ, ਕਿਸੇ ਨੇ $10 ਦੀ ਕਰਨੀ ਹੈ, ਕਿਸੇ ਨੇ $50 ਦੀ ਕਰਨੀ ਹੈ, ਕਿਸੇ ਨੇ 200 ਦੀ ਕਰਨੀ ਹੈ, ਉਹਦਾ ਮਤਲਬ ਕਿ ਉਹ ਕਿੱਦਾਂ, ਮਤਲਬ ਕਿ ਉਹ ਪ੍ਰੋਸੈਸ ਕੀ ਰਹਿੰਦਾ ਸਰ ਮੈਡੀਸਨ ਦਾ? ਇੱਥੇ ਕੀ ਅਲਬਰਟਾ ਦੇ ਵਿੱਚ ਕੀ ਸਿਸਟਮ ਹੈ? ਸੋ ਅਲਬਰਟਾ ਦਾ ਸਿਸਟਮ ਇੱਕ ਤਾਂ ਹੈਗਾ, ਸੋ medicines only by prescription. Okay. So ਪਹਿਲੀ ਗੱਲ prescription ਤੁਹਾਨੂੰ ਚਾਹੀਦੀ ਹੈ। authorized prescriber ਆਪਣੇ ਕਾਫੀ ਹੈਗੇ, ਜਿਹਦੇ ਡਾਕਟਰ ਹੋਇਆ, ਡੈਂਟਿਸਟ ਹੋਇਆ ਜੀ, optometrist ਹੋਏ ਜੀ, ਫਾਰਮਾਸਿਸਟ ਹੋਏ ਜੀ। ਸੋ ਤੁਹਾਨੂੰ ਵੈਲਿਡ prescription ਚਾਹੀਦੀ ਹੈ। ਰਾਈਟ। ਸੋ ਬਿਨਾ prescription ਤੋਂ ਕੋਈ ਬੰਦਾ ਜਾ ਕੇ ਇਹ ਨਹੀਂ ਕਹਿ ਸਕਦਾ ਵੀ ਮੇਰੇ ਕੋਲ ਆ ਦਵਾਈ ਦੇ ਦਿਓ। ਓਕੇ, ਰਾਈਟ। ਡਾਕਟਰ ਦੇ ਥਰੂ ਜਾਂ prescriber ਦੇ ਥਰੂ ਜਾ ਕੇ ਲੈਣੀ ਪੈਣੀ ਆ। ਠੀਕ ਹੈ ਜੀ। ਨੰਬਰ 2 ਆ ਜਾਂਦੀ ਤੁਹਾਡੀ ਗੱਲ, ਆਈ ਥਿੰਕ ਕੁਐਸਚਨ ਹੈਗਾ ਮੋਸਟਲੀ ਪੇਮੈਂਟ ਦਾ, ਰਾਈਟ ਜੀ। ਸੋ ਪੇਮੈਂਟ ਤਾਂ ਮੋਸਟਲੀ ਆਪਣਾ ਚੱਲਦਾ ਹੈਗਾ ਆ। ਸੋ ਜੇ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਨਹੀਂ ਹੈਗੀ, ਤੁਸੀਂ ਸੀਨੀਅਰ ਨਹੀਂ ਹੈਗੇ, ਤੁਸੀਂ ਲੋ ਇਨਕਮ ਚ ਨਹੀਂ ਹੋਣੇ, ਜਾਂ ਤੁਹਾਡੇ ਕੰਮ ਦੇ ਥਰੂ ਕੋਈ ਕਵਰੇਜ ਨਹੀਂ ਹੈਗੀ, ਮੋਸਟਲੀ ਕੈਸ਼ ਬਣ ਜਾਂਦੀ ਹੈ, ਰਾਈਟ। ਓਕੇ, ਤੁਸੀਂ ਪੇ ਕਰ ਸਕਦੇ ਹੋ, ਪੇ ਕਰਕੇ। ਪਰ ਮਤਲਬ
ਕਈ ਸਹੂਲਤਾਂ ਹੈਗੀਆਂ। ਸੋ ਅਲਬਰਟਾ ਗਵਰਨਮੈਂਟ ਵੱਲੋਂ ਹੈਗੀ ਆ ਇੱਕ ਐਵਰੀਬਾਡੀ ਓਵਰ 65 ਉਹਨਾਂ ਨੂੰ ਗਵਰਨਮੈਂਟ ਵੱਲੋਂ 70% ਕਵਰੇਜ ਮਿਲਦੀ ਆ। ਰਾਈਟ। ਸੋ ਜੋ ਤੁਸੀਂ 65 ਹੋ ਜਾਂਦੇ ਅਲਬਰਟਾ ਗਵਰਨਮੈਂਟ ਕਵਰ ਕਰ ਜਿਹੜੇ ਇੱਥੇ ਦੇ ਸਿਟੀਜ਼ਨ ਜਾਂ ਪੀਆਰ ਨੇ, ਜਿਹੜੇ ਸਿਟੀਜ਼ਨ ਤੇ ਪੀਆਰ ਹੈਗੇ, ਜੇ ਤੁਸੀਂ ਵਿਜ਼ਟਰ ਵੀਜ਼ੇ ਤੇ ਆ ਫਿਰ ਨਹੀਂ ਹੈ। ਰਾਈਟ, ਠੀਕ ਹੈ। ਜੇ ਹੁੰਦਾ ਸੀ ਜੇ ਹਸਬੈਂਡ ਵਾਈਫ ਹੈਗੇ ਆ ਜੀ, ਤਾਂ ਹਸਬੈਂਡ 65 ਤੋਂ ਹੋ ਗਿਆ ਤਾਂ ਵਾਈਫ 65 ਤੋਂ ਘੱਟ ਆ ਤਾਂ ਵੀ ਉਹ ਕਵਰ ਕਰ ਦਿੰਦੇ ਸੀ। ਬਟ April 2020 ਅਲਬਰਟਾ ਗਵਰਨਮੈਂਟ ਨੇ ਚੇਂਜ ਕਰਤਾ ਆ। ਸੋ ਹੁਣ ਕੀ ਹੁੰਦਾ, ਜੇ ਹਸਬੈਂਡ 65 ਦਾ ਹੋਇਆ, ਵਾਈਫ ਨੂੰ ਆਟੋਮੈਟਿਕਲੀ ਨਹੀਂ ਬਲੂ ਕਲਾਸ ਮਿਲਦਾ, ਉਹਨੂੰ ਵੇਟ ਕਰਨਾ ਪੈਂਦਾ ਜਦ ਤੱਕ ਉਹ 65 ਹੁੰਦੇ ਬਿਫੋਰ ਕਵਰੇਜ ਮਿਲਦੀ ਆ। ਰਾਈਟ। ਸੋ ਇਹ ਤਾਂ ਆਪਣੇ ਸੀਨੀਅਰਸ ਦੀ ਹੋ ਗਈ ਜੀ। ਫਿਰ ਆਪਣੇ ਅਲਬਰਟਾ ਗਵਰਨਮੈਂਟ ਵੱਲੋਂ ਇੱਕ ਹੋਰ ਵੀ ਚੀਜ਼ ਹੈਗੀ, ਉਹਨੂੰ ਕਹਿੰਦੇ ਲੋ ਇਨਕਮ। ਜਿਨ੍ਹਾਂ ਦੀ ਕਹਿ ਲਓ ਵੀ ਹਾਈ ਡਰੱਗ ਕਾਸਟ ਹੁੰਦੇ ਹੋਣ ਜਾਂ ਫੈਮਿਲੀ ਦੇ ਵਿੱਚ ਲੋ ਇਨਕਮ ਹੋਵੇ ਜੀ, ਤਾਂ ਉਹਨਾਂ ਨੂੰ ਕਹਿੰਦੇ ਐਡਲਟ ਹੈਲਥ ਬੈਨੀਫਿਟਸ। ਅਲਬਰਟਾ ਐਡਲਟ ਹੈਲਥ ਬੈਨੀਫਿਟਸ ਐਪਲੀਕੇਸ਼ਨ ਫਾਰਮ ਹੈਗਾ ਆ ਜੀ। ਉਹ ਜੇ ਕੁਆਲੀਫਾਈ ਕਰਦੇ ਵੈਰੀ ਈਜ਼ੀ ਤਾਂ ਉਹਨਾਂ ਨੂੰ 100% ਕਵਰੇਜ ਦਵਾਈਆਂ ਦੀ ਮਿਲ ਜਾਂਦੀ ਆ ਅਲਬਰਟਾ ਗਵਰਨਮੈਂਟ ਵੱਲੋਂ। ਜੀ, ਮਤਲਬ ਕਿ ਕਾਫੀ ਜਿਹੜੇ ਇਦਾਂ ਦੇ ਉਹ ਹੈਗੇ ਨੇ ਵੀ ਗਵਰਨਮੈਂਟ ਨੇ, ਕਿਉਂਕਿ ਬਹੁਤ ਜ਼ਿਆਦਾ ਵਧੀਆ ਜਿਹੜੀਆਂ ਇੱਥੇ ਕੈਨੇਡਾ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਇੱਥੇ ਦੇ ਲੋਕਾਂ ਦੇ ਲਈ, ਇੱਥੇ ਦੇ ਬਸ਼ਿੰਦਿਆਂ ਦੇ ਲਈ, ਉਹਨਾਂ ਦੇ ਲਈ ਹੈਲਪ ਕੀਤੀ ਜਾਂਦੀ ਹੈ। ਅਲੱਗ-ਅਲੱਗ ਜਿਹੜੀਆਂ ਹੈਗੀਆਂ ਨੇ ਇੱਥੇ ਟਰਮਸ ਨੇ। ਤਾਂ ਬਾਕੀ ਮੈਸੇਜ ਦੇ ਤੌਰ ਤੇ ਜ਼ਰੂਰ ਜਸਵੀਰ ਜੀ ਤੋਂ ਆਪਾਂ ਜ਼ਰੂਰ ਲਵਾਂਗੇ। ਬਾਕੀ ਤੁਸੀਂ ਦੋਸਤੋ ਕਿਸੇ ਵੀ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਸਵਾਲ ਹੈਗਾ, ਤੁਸੀਂ ਹੈ ਨਾ ਸਾਡੇ ਕਮੈਂਟ ਕਰ ਸਕਦੇ ਹੋ, ਸਾਨੂੰ ਕੋਈ ਸਵਾਲ ਪੁੱਛ ਸਕਦੇ ਹੋ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣ, ਕੀ ਅੱਗੇ ਅਸੀਂ ਲੈ ਕੇ ਆ ਸਕੀਏ, ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਤੁਸੀਂ ਵੀ ਕੋਈ ਆਪਣਾ ਜਿਹੜਾ ਹੈਗਾ ਐਕਸਪੀਰੀਅੰਸ ਸਾਡੇ ਇਸ ਪ੍ਰੋਗਰਾਮ ਦੇ ਦੌਰਾਨ ਸਾਡੇ ਦਰਸ਼ਕਾਂ ਤੱਕ ਸ਼ੇਅਰ ਕਰਨਾ ਚਾਹੁੰਦੇ ਹੋ, ਅਸੀਂ ਹਮੇਸ਼ਾ ਜਿੰਨੇ ਵੀ ਸਾਡੇ ਇੱਥੇ ਜਿਹੜੇ ਹੈਗੇ ਨੇ ਅਲਬਰਟਾ ਦੇ ਵਿੱਚ ਸਾਡੇ ਜਿਹੜੇ ਬੈਠੇ ਨੇ, ਅਸੀਂ ਉਹਨਾਂ ਨੂੰ ਹਮੇਸ਼ਾ ਇਨਵਾਈਟ ਕਰਦੇ ਹਾਂ ਵੀ ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਆ ਕੇ ਆਪਣਾ ਐਕਸਪੀਰੀਅੰਸ ਆਪਣੇ ਬਾਰੇ ਦੱਸ ਸਕਦੇ ਹੋ। ਤਾਂ ਜਸਵੀਰ ਜੀ ਕੁਝ ਕੀ ਕਹਿਣਾ ਚਾਹੁੰਦੇ ਹੋ ਹੁਣ, ਕਿਉਂਕਿ ਵਿੰਟਰਸ ਆ ਰਹੀਆਂ ਨੇ, ਵਿੰਟਰਸ ਦੀ ਤਿਆਰੀ ਕਰਨ ਦੇ ਲਈ ਇੱਕ ਚੀਜ਼ਾਂ ਹੁੰਦੀਆਂ ਨੇ ਵੀ ਕੀ ਬਚਾਇਆ ਕਰ ਸਕੇ, ਕਿਉਂਕਿ ਪਹਿਲਾਂ ਆਪਾਂ ਕੋਵਿਡ ਦੀ ਤਿਆਰੀ ਤੋਂ ਬਚ ਰਹੇ ਸੀਗੇ, ਹੁਣ ਥੋੜੀ ਜਿਹੀ ਆਪਾਂ ਕੋਵਿਡ ਤੋਂ ਹਟ ਕੇ ਥੋੜੀ ਜਿਹੀ ਵਿੰਟਰ ਦਾ ਡਰ ਤੋਂ ਵੀ ਕੀ ਕਰ ਸਕਦੇ ਆ ਅਸੀਂ। ਸੋ ਵਿੰਟਰ ਦੇ ਵਿੱਚ ਜਦੋਂ ਆਪਾਂ ਗੱਲ ਕੀਤੀ ਫਲੂ ਸ਼ਾਟ, ਐਵਰੀਬਾਡੀ ਫਲੂ ਸ਼ਾਟ ਜ਼ਰੂਰ ਲਵਾਉਣ। ਆਪਣੀ ਕੋਵਿਡ ਦੀ ਵੈਕਸੀਨ ਜੇ ਆਈ ਹੁੰਦੀ ਤਾਂ ਮੈਂ ਕਹਿਣਾ ਸੀ ਐਵਰੀਬਾਡੀ ਉਹ ਵੀ ਲਵਾਉਣ, ਪਰ ਉਮੀਦ ਲੱਗਦੀ ਵੀ ਦਿਸ ਈਅਰ ਤਾਂ ਨਹੀਂ ਆਊਗੀ, ਨੈਕਸਟ ਈਅਰ ਹੋਪਫੁਲੀ ਆਪਾਂ ਨੂੰ ਮਿਲ ਜਾਊਗੀ। ਵੀ ਆਪਣੇ ਹੈਂਡ ਵਾਸ਼ਿੰਗ, ਆਪਣੀ ਅੱਜ ਕੱਲ੍ਹ ਮਾਸਕ ਪਾ ਕੇ ਜਾਓ ਕਰਕੇ ਆਪਾਂ ਹੁਣ ਫਲੂ ਤੋਂ ਵੀ ਪ੍ਰੋਟੈਕਸ਼ਨ ਮਿਲ ਜੂਗੀ, ਕੋਵਿਡ ਤੋਂ ਵੀ ਪ੍ਰੋਟੈਕਸ਼ਨ ਮਿਲ ਜੂਗੀ। ਆਪਣੀ ਸੋਸ਼ਲ ਡਿਸਟੈਂਸਿੰਗ ਰੱਖੋ ਵਿੰਟਰ ਟਾਈਮ ਦੇ ਵਿੱਚ। ਵਿੰਟਰ ਟਾਈਮ ਦੇ ਵਿੱਚ ਤਾਂ ਹੀ ਜ਼ਿਆਦਾ ਹੁੰਦਾ ਕਰਕੇ ਆਪਾਂ ਇਕੱਠੇ ਹੋ ਜਾਂਦੇ ਕਮਰਿਆਂ ਦੇ ਵਿੱਚ। ਸਮਰ ਟਾਈਮ ਦੇ ਵਿੱਚ ਆਪਾਂ ਬਾਹਰ ਰਹੀਦਾ, ਵਿੰਟਰ ਟਾਈਮ ਆਪਾਂ ਇਕੱਠੇ ਹੋ ਜਾਂਦੇ, ਉਹਦੇ ਨਾਲ ਫਿਰ ਇਨਫੈਕਸ਼ਨ ਰੇਟ ਇੱਦਾਂ ਦੀਆਂ ਚੀਜ਼ਾਂ ਦਾ ਥੋੜਾ ਵੱਧਦਾ ਆ। ਜੀ ਪਰ ਹੈਲਥੀ ਰਹੋ। ਜਿੱਦਾਂ ਮੈਂ ਕਿਹਾ ਵੀ ਜਦੋਂ ਵੀ ਮਰਜ਼ੀ ਕਿਸੇ ਫਾਰਮਾਸਿਸਟ, ਡਾਕਟਰ, ਹੈਲਥ ਕੇਅਰ ਪ੍ਰੈਕਟੀਸ਼ਨਰ ਨਾਲ ਗੱਲ ਕਰਕੇ ਇਨਫੋਰਮੇਸ਼ਨ ਜ਼ਰੂਰ ਲਓ, ਕਰਕੇ ਇੱਥੇ ਇਨਫੋਰਮੇਸ਼ਨ ਮਿਲਦੀ ਹੈਗੀ। ਬਿਲਕੁਲ ਜੀ, ਕਿਉਂਕਿ ਤੁਹਾਡੇ ਬਾਰੇ ਬੜਾ ਸੁਣਿਆ ਕਿ ਤੁਸੀਂ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ, ਕੋਈ ਕਿਸੇ ਵੀ ਹੈ ਨਾ ਕਿਤੇ ਹੋਵੇ ਤਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਮੈਡੀਸਨ ਨੂੰ ਲੈ ਕੇ, ਕਿਸੇ ਵੀ ਤਰ੍ਹਾਂ ਦੀ ਬੇਸਿਕ ਇਨਫੋਰਮੇਸ਼ਨਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕੀਤਾ ਜਾ ਸਕਦਾ। ਤੁਸੀਂ ਇਹਨਾਂ ਦਾ ਜਿਹੜੇ ਹੈਗੀ ਡਿਟੇਲ ਲਗਾਤਾਰ ਸਕਰੀਨ ਦੇ ਉੱਤੇ ਸਾਡੀ ਜਾਰੀ ਹੈਗੀ ਹੈ। ਸਾਡੀ ਇਹੀ ਕੋਸ਼ਿਸ਼ ਹੈ ਕਿ ਸਾਡੇ ਸਾਰੇ ਜਿਹੜੇ ਹੈਗੇ ਨੇ ਦੁਨੀਆ ਭਰ ਦੇ ਵਿੱਚ ਕੋਈ ਵੀ ਹੈਗਾ ਹੈਲਦੀ ਰਹੇ, ਖੁਸ਼ ਰਹੇ, ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਜਿਹੜੀਆਂ ਖੁਸ਼ੀਆਂ ਰਹਿਣ, ਕਿਸੇ ਹਰ ਇੱਕ ਤਰ੍ਹਾਂ ਦੀ ਬਿਮਾਰੀ ਤੋਂ ਦੂਰ ਰਿਹਾ ਜਾਵੇ। ਅੱਜ ਆਪਾਂ ਗੱਲਬਾਤ ਕੀਤੀ ਹੈ ਥੋੜੀ ਜਿਹੀ ਆਪਣਾ ਜਿਹੜੇ ਹੈਗੇ ਐਂਟੀਬਾਇਓਟਿਕਸ ਨੂੰ ਲੈ ਕੇ। ਅਸੀਂ ਮਨ ਦੇ ਵਿੱਚ ਜਿਹੜੀ ਗਲਤ ਧਾਰਨਾ ਹੁੰਦੀ ਹੈ ਵੀ ਐਂਟੀਬਾਇਓਟਿਕ ਸਾਨੂੰ ਠੀਕ ਕਰ ਦਿੰਦੀ ਹੈ, ਠੀਕ ਕਰਦੀ ਹੈ, ਲੇਕਿਨ ਕਿਸ ਢੰਗ ਦੇ ਨਾਲ ਲੈਣੀ ਚਾਹੀਦੀ, ਉਹਦਾ ਪ੍ਰੋਸੈਸ ਕੀ ਹੈਗਾ। ਜੇਕਰ ਜਿੱਦਾਂ ਵੀ ਡਾਕਟਰ ਨੇ ਤੁਹਾਨੂੰ ਗਾਈਡ ਕੀਤਾ ਤੁਸੀਂ ਉਹਨੂੰ ਪ੍ਰੋਪਰ ਉਸ ਗਾਈਡੈਂਸ ਦੇ ਅੰਡਰ ਪ੍ਰੋਪਰ ਕੰਮ ਕਰੋ। ਅਸੀਂ ਥੋੜਾ ਜਿਹਾ ਘਰ ਦੇ ਡਾਕਟਰ ਜ਼ਿਆਦਾ ਨਾ ਬਣੀਏ, ਕਿੱਦਾਂ ਅਸੀਂ ਵਧੀਆ ਸਿਹਤ ਰੱਖ ਸਕਦੇ ਹਾਂ ਉਹਦੇ ਉੱਤੇ ਗੱਲਬਾਤ ਕੀਤੀ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਡਿਫਰੈਂਟ ਗੱਲਾਂ ਕਰਾਂਗੇ। ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਬਣੇ ਰਹੋ। ਤਾਂ ਜਸਵੀਰ ਜੀ ਤੁਹਾਡਾ ਇੱਕ ਦਫਾ ਫਿਰ ਬਹੁਤ ਧੰਨਵਾਦ ਕਰਦਾ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਆਪਣਾ ਜਿਹੜਾ ਸਮਾਂ ਦਿੰਦੇ ਹੋ। ਤਾਂ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡਾ ਹਨੀ ਵਾਲੀਆ ਸ਼ੋ ਫੇਸਬੁੱਕ ਪੇਜ, YouTube ਚੈਨਲ ਤੇ Instagram ਦੇ ਉੱਤੇ ਤੁਸੀਂ ਫੋਲੋ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ।